ਹੈਲੋ ਸਟੂਡੈਂਟ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ CBC ਦੇ ਆਫੀਸ਼ੀਅਲੀ YouTube ਚੈਨਲ ਦੇ ਉੱਪਰ। ਮੈਂ ਤੁਹਾਡਾ ਆਪਣਾ ਰਵੀ ਸਰ CBC ਅਬੋਹਰ ਤੋਂ। ਅੱਜ ਅਸੀਂ ਡਿਸਕਸ ਕਰਾਂਗੇ ਜੀ ਮਾਡਰਨ ਹਿਸਟਰੀ ਦਾ ਪਾਰਟ 3 ਜਿਹੜਾ ਲੈਕਚਰ 3 ਹੈ। ਇਹ ਚੈਪਟਰ ਨੰਬਰ 3 ਚੱਲ ਰਿਹਾ ਕਿਉਂਕਿ ਅਸੀਂ ਐਡਵੈਂਟ ਆਫ ਯੂਰੋਪੀਅਨਸ ਤੋਂ ਹੀ ਇਹ ਚੈਪਟਰ ਨੂੰ ਸਟਾਰਟ ਕੀਤਾ ਹੈ। ਇਸ ਤੋਂ ਪਹਿਲਾਂ ਮੈਂ 2 ਲੈਕਚਰਸ ਅਪਲੋਡ ਕੀਤੇ ਨੇ ਤੇ ਪਲੀਜ਼ ਇਸ ਤੋਂ ਪਹਿਲਾਂ ਉਸ ਲੈਕਚਰਸ ਨੂੰ ਤੁਸੀਂ ਵੇਖ ਲਓ ਤਾਂ ਕਿ ਤੁਸੀਂ ਇਸ ਜਿਹੜੀ ਮਾਡਰਨ ਹਿਸਟਰੀ ਜਿਹੜੀ ਬੁੱਕ ਹੈ ਇਸ ਨੂੰ ਤੁਸੀਂ ਇੱਕ ਸਟੋਰੀ ਟੈਲਿੰਗ ਦੇ ਵਿੱਚ ਸਮਝ ਸਕੋਗੇ। ਠੀਕ ਹੈ ਜੀ। ਤੇ ਮੈਂ ਤੁਹਾਨੂੰ ਥੋੜਾ ਜਿਹਾ ਜਿਹੜਾ ਸੈਕੰਡ ਚੈਪਟਰ ਹੈ ਉਸ ਨੂੰ ਮੈਂ ਥੋੜਾ ਜਿਹਾ ਤੁਹਾਨੂੰ ਰੀਕੈਪ ਕਰ ਦਿਆਂ। ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ 2 ਗੱਲ ਕਹਿ ਦੇਵਾਂ। ਜੋ ਸਟੂਡੈਂਟ ਇਸ ਚੈਨਲ ਦੇ ਉੱਪਰ ਨਵੇਂ ਆਏ ਨੇ, ਇਸੇ ਵੀਡੀਓ ਨੂੰ ਵੇਖ ਰਹੇ ਨੇ, ਪਲੀਜ਼ ਇਸ ਤੋਂ ਪਹਿਲਾਂ 2 ਜਿਹੜੇ ਲੈਕਚਰ ਪੋਸਟ ਕੀਤੇ ਉਹਨੂੰ ਜ਼ਰੂਰ ਵੇਖੋ। ਉਸ ਤੋਂ ਬਾਅਦ ਇਸ ਚੈਨਲ ਨੂੰ ਇਸ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ ਤਾਂ ਕਿ ਇਸੇ ਤਰ੍ਹਾਂ ਦੀਆਂ ਫਰਦਰ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ। ਠੀਕ ਹੈ ਜੀ। ਅਗਰ ਕਿਸੇ ਨੂੰ ਇਸ ਦੀ PDF ਚਾਹੀਦੀ ਹੈ ਤਾਂ CBC ਦੇ ਜਿਹੜੇ ਪੇਡ ਗਰੁੱਪਸ ਨੇ, ਜਿਹੜੇ WhatsApp ਗਰੁੱਪ ਨੇ, ਉਹਨਾਂ ਦੇ ਵਿੱਚ ਤੁਸੀਂ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ, ਉਸ ਦੇ ਵਿੱਚ ਜਾ ਕੇ ਤੁਸੀਂ ਜੁਆਇਨ ਕਰੋ ਤੇ ਉਸ ਦੇ ਵਿੱਚ ਤੁਸੀਂ ਇਹ PDF ਨੂੰ ਲੈ ਸਕਦੇ ਹੋ। ਠੀਕ ਹੈ ਜੀ, ਆਪਣੀ ਰੀਡ ਕਰਨ ਵਾਸਤੇ। ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ। ਤੁਹਾਨੂੰ ਪਤਾ ਹੈ ਜੀ ਸਾਰਿਆਂ ਨੂੰ CBC ਦੇ ਆਪਣੇ ਔਨਲਾਈਨ ਕਲਾਸਿਸ ਵੀ ਆਉਂਦੀਆਂ ਨੇ, ਪੇਡ ਕੋਰਸਿਸ ਹੈਗੇ ਨੇ। ਤੇ ਇਸ ਦੇ ਵਿੱਚ ਤੁਸੀਂ ਕੀ ਹੈ ਜੀ, CBC ਐਗਜ਼ਾਮ ਗੁਰੂ ਐਪ ਤੁਸੀਂ ਡਾਊਨਲੋਡ ਕਰਨੀ ਹੈ ਜਾਂ ਤੁਸੀਂ ਸਾਡੀ CBC ਐਗਜ਼ਾਮ ਗੁਰੂ ਇਹ ਜਿਹੜੀ ਵੈਬਸਾਈਟ ਹੈ ਉਸ ਦੇ ਉੱਪਰ ਜਾ ਕੇ ਤੁਸੀਂ ਸਾਰੇ ਜਿਹੜੇ ਵੀ ਪੰਜਾਬ ਦੇ ਕਿਸੇ ਵੀ ਪੇਪਰ ਦੀ ਤੁਸੀਂ ਤਿਆਰੀ ਕਰਨੀ ਹੈ ਉਸ ਦੇ ਕੋਰਸ ਨੂੰ ਤੁਸੀਂ ਪਰਚੇਜ ਕਰਕੇ ਗੁਰਲਾਲ ਸਰ ਦੇ ਅੰਡਰ ਤੁਸੀਂ ਰਹਿ ਕੇ ਇੱਕ ਸਿਸਟਮੈਟਿਕਲੀ ਵੇ ਦੇ ਨਾਲ ਤੁਸੀਂ ਆਪਣੀ ਤਿਆਰੀ ਨੂੰ ਸਟਾਰਟ ਕਰ ਸਕਦੇ ਹੋ। ਆਈ ਹੋਪ ਕਿ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਅਸੀਂ ਹੁਣ ਆਪਣੇ ਲੈਕਚਰ ਨੂੰ ਸਟਾਰਟ ਕਰਦੇ ਹਾਂ। ਦੇਖੋ ਜੀ, ਇਸ ਟੌਪਿਕ ਦੇ ਵਿੱਚ ਕਵਰ ਜਿਹੜਾ ਅਸੀਂ ਅੱਜ ਕਰਨਾ ਹੈ, ਇਸ ਦੇ ਵਿੱਚ ਕਰਨਾ ਹੈ ਜਿਹੜੇ ਪੁਰਤਗੀਜ਼ ਸੀਗੇ ਇੰਡੀਆ ਦੇ ਵਿੱਚ ਐਜ਼ ਏ ਸਟੇਟ। ਆਪਾਂ ਜਿਹੜੇ ਹਿਸਟੋਰੀਅਨ ਨੇ ਉਹ ਕੀ ਵਿਊ ਰੱਖਦੇ ਨੇ ਇਹਨਾਂ ਦੇ ਬਾਰੇ ਵੀ, ਇਹ ਕਿੱਦਾਂ ਦੇ ਲੋਕ ਸੀਗੇ। ਆਪਾਂ ਜ਼ਿਆਦਾਤਰ ਆਪਣਾ ਜਿਹੜਾ ਜੋ ਵੀ ਆਪਾਂ ਗੱਲ ਕਰਦੇ ਹਾਂ ਆਪਾਂ ਬ੍ਰਿਟਿਸ਼ ਦੇ ਬਾਰੇ ਗੱਲ ਕਰਦੇ ਹਾਂ, ਪਰ ਪੁਰਤਗੀਜ਼ ਇਸ ਤੋਂ ਪਹਿਲਾਂ ਜੇ ਇੰਡੀਆ ਦੇ ਵਿੱਚ ਆਏ ਸੀ ਤਾਂ ਉਹਨਾਂ ਦੇ ਬਾਰੇ ਹਿਸਟੋਰੀਅਨ ਕੀ ਕਹਿੰਦੇ ਆ, ਉਹਨਾਂ ਦੀ ਸਟੇਟ ਬਾਰੇ ਹਿਸਟੋਰੀਅਨ ਦੇ ਬਾਰੇ ਉਹ ਡਿਸਕਸ ਕਰਾਂਗੇ। ਇਹਨਾਂ ਦਾ ਜੋ ਐਡਮਿਨਿਸਟ੍ਰੇਸ਼ਨ ਸੀਗਾ ਇੰਡੀਆ ਦੇ ਵਿੱਚ ਉਹਦੇ ਬਾਰੇ ਡਿਸਕਸ ਕਰਾਂਗੇ। ਅਤੇ ਰਿਲੀਜੀਅਸ ਜਿਹੜੇ ਇਹਨਾਂ ਦੀ ਪੋਲਿਸੀਜ਼ ਇੰਡੀਆ ਦੇ ਵਿੱਚ ਹੈਗੀਆਂ ਸੀ, ਇਸ ਤੋਂ ਰਿਲੇਟਿਡ ਵੀ ਆਪਾਂ ਇਹਨਾਂ ਦੇ ਬਾਰੇ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਠੀਕ ਹੈ ਜੀ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜਾ ਸੈਕਿੰਡ ਲੈਕਚਰ ਜਿਹੜਾ ਕੱਲ੍ਹ ਅਪਲੋਡ ਕੀਤਾ ਸੀ ਉਹਦੇ ਵਿੱਚ ਮੈਂ ਤੁਹਾਨੂੰ ਗਵਰਨਰ ਦੇ ਬਾਰੇ ਦੱਸਿਆ ਸੀਗਾ। ਗਵਰਨਰ ਸੀਗਾ ਇੱਕ ਅਲਬੁਰਕ ਸੀਗਾ, ਅਲਫੈਂਸੋ ਅਲਬੁਰਕ। ਉਹਨੂੰ ਮੈਂ ਦੱਸਿਆ ਸੀ ਜਿਹੜਾ ਪੁਰਤਗੀਜ਼ ਦਾ ਇੱਕ ਰੀਅਲ ਫਾਊਂਡਰ ਸੀਗਾ ਜਿਹਨੇ ਐਕਚੁਅਲੀ ਵਾਸਕੋ ਡੀ ਗਾਮਾ ਅਤੇ ਉਸ ਤੋਂ ਬਾਅਦ ਜਿਹੜੇ ਕੈਬਰਲ ਵਗੈਰਾ ਆਏ ਸੀ ਉਹ ਇੰਨੇ ਜਸਟ ਇੱਕ ਫੈਕਟਰੀਜ਼ ਲਗਾ ਰਹੇ ਸੀਗੇ, ਬਟ ਐਕਚੁਅਲ ਦੇ ਵਿੱਚ ਜਿਹੜੀ ਰੀਅਲ ਫਾਊਂਡੇਸ਼ਨ ਕੀਤੀ ਗਈ ਹੈ ਉਹ ਅਲਫਾਂਸੋ ਦੀ ਅਲਬੁਰਕ ਦੇ ਦੁਆਰਾ ਕੀਤੀ ਗਈ ਸੀ। ਠੀਕ ਹੈ ਜੀ। ਉਹਨੇ ਨਵੀਂ ਵਰਾਇਟੀਆਂ, ਨਵੇਂ ਜਿਹੜੇ ਰੋਡ ਸਿਸਟਮ ਸਾਰਾ ਡਿਵੈਲਪ ਕੀਤਾ। ਇਹ ਉਹਦੀ ਦੇਣ ਹੈ। ਇੰਡੀਆ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਸੈਟਲਮੈਂਟ ਹੈ, ਲੋਕਲ ਵਾਈਫਸ ਆਪਣੀ ਜਿਹੜੀ ਪੋਪੂਲੇਸ਼ਨ ਵਧਾਉਣ ਵਾਸਤੇ ਇਹਨੇ ਲੋਕਲ ਵਾਈਫਸ ਦੇ ਨਾਲ ਵਿਆਹ ਕਰਾਉਣੇ, ਉਹਨਾਂ ਨੂੰ ਆਪਣੇ ਜੇ ਲੋਕਾਂ ਨੂੰ ਪ੍ਰੋਤਸਾਹਨ ਦਿੱਤਾ ਕਿ ਤੁਸੀਂ ਇਸ ਚੀਜ਼ ਨੂੰ ਲੋਕਾਂ ਦੀ ਲੋਕਲ ਵਾਈਫਸ ਦੇ ਨਾਲ ਵਿਆਹ ਕਰਾਓ ਤਾਂ ਕਿ ਇੱਥੇ ਸਾਡੀ ਪੋਪੂਲੇਸ਼ਨ ਵਧੇ ਅਤੇ ਸਾਡਾ ਇੱਥੇ ਕੀ ਹੋਵੇ, ਇਸਟੈਬਲਿਸ਼ਮੈਂਟ ਵਧੀਆ ਹੋ ਸਕੇ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਨੀਨਾ ਦੀ ਕੁਨਹੋ ਆਏ ਸੀਗੇ, ਤੁਹਾਨੂੰ ਪਤਾ ਹੈ ਨੈਕਸਟ ਗਵਰਨਰ ਨੀਨਾ ਦੀ ਕੁਨਹੋ। ਉਹਨੇ ਕੀ ਕੀਤਾ ਸੀਗਾ, ਆਉਂਦੇ ਸਾਰ ਪਹਿਲੇ ਸਾਲ ਦੇ ਵਿੱਚ ਉਹਨੇ ਸਿਰਫ ਗੋਆ ਜਿਹੜੀ ਕੈਲਕਟ ਤੋਂ ਜਿਹੜੀ ਆਪਣੀ ਰਾਜਧਾਨੀ ਬਦਲ ਕੇ ਗੋਆ ਕਰਤੀ ਸੀ ਅਤੇ ਉਸ ਦੇ ਵਿੱਚ ਇਹਦਾ ਇਹੀ ਫੈਕਟਰ ਸੀਗਾ। ਉਸ ਤੋਂ ਬਾਅਦ ਆਪਾਂ ਦੇਖਿਆ ਸੀਗਾ ਵੀ ਇਹਨਾਂ ਦਾ ਜਿਹੜੀ ਕੰਡੀਸ਼ਨਾਂ ਸੀਗੀ ਇਹਨਾਂ ਦੇ ਫੇਵਰੇਬਲ ਕੰਡੀਸ਼ਨਾਂ ਇਹਨਾਂ ਦੇ ਅੰਡਰ ਹੈਗੀਆਂ ਸੀ ਉਸ ਟਾਈਮ ਦੇ। ਇਹਨਾਂ ਦੇ ਹੱਕ ਦੇ ਵਿੱਚ ਕਾਫੀ ਚੀਜ਼ਾਂ ਹੈਗੀਆਂ ਸੀ, ਜਿਵੇਂ ਤੁਸੀਂ ਦੇਖੋਗੇ ਇੱਕ ਆਪਾਂ ਗੁਜਰਾਤ ਵਾਲੇ ਆਪਣੇ ਇੰਡੀਆ ਦੇ ਗੁਜਰਾਤ ਏਰੀਆ ਦੇ ਵਿੱਚ ਆਪਾਂ ਉਹਨਾਂ ਨੂੰ ਛੱਡ ਦਈਏ ਕਿਉਂਕਿ ਉਹਨਾਂ ਦੇ ਉੱਪਰ ਰੂਲਰ ਬਹੁਤ ਵਧੀਆ ਸੀਗੇ, ਉਹਨਾਂ 'ਤੇ ਇਹ ਕੈਪਚਰ ਨਹੀਂ ਕਰ ਪਾਏ। ਬਾਕੀ ਤੁਸੀਂ ਦੇਖੋਗੇ ਨਾਰਥ ਇੰਡੀਆ ਦੇ ਵਿੱਚ ਉਸ ਟਾਈਮ ਦੇ ਉੱਪਰ ਡਾਇਨੈਸਟੀਆਂ ਜਿਹੜੀ ਸੀ ਛੋਟੇ ਸਾਮਰਾਜਾਂ ਦੇ ਵਿੱਚ ਡਿਵਾਈਡ ਹੋਇਆ ਸੀਗਾ ਸਾਰਾ ਕੰਮ, ਅਤੇ ਉੱਥੇ ਕੋਈ ਇੱਕ ਸੈਂਟਰਲ ਪਾਵਰ ਨਹੀਂ ਸੀਗੀ। ਇਸੇ ਤਰ੍ਹਾਂ ਡੈਕਨ ਦੇ ਵਿੱਚ ਬਾਹਮਨੀ ਕਿੰਗਡਮ ਸੀਗਾ, ਬਹਿਮਨੀ ਕਿੰਗਡਮ ਵੀ ਅੱਗੇ 5 ਭਾਗਾਂ 'ਚ ਡਿਵਾਈਡ ਸੀਗਾ, ਉਹ ਵੀ ਇੱਕ ਛੋਟੇ ਭਾਗਾਂ ਦੇ ਲੜੀ ਜਾਂਦੇ ਸੀ ਆਪਸ ਦੇ ਵਿੱਚ। ਅਤੇ ਇਸੇ ਤਰ੍ਹਾਂ ਹੀ ਜੀ ਪੂਰਾ ਕੋਈ ਵੀ ਇੰਡੀਆ ਦੇ ਵਿੱਚ ਸੈਂਟਰਲ ਪਾਵਰ ਨਹੀਂ ਸੀਗਾ, ਅਤੇ ਸੈਂਟਰਲ ਪਾਵਰ ਨਾ ਹੋਣ ਦੇ ਕਾਰਨ ਇਹਨਾਂ ਨੇ ਆਪਣੀ ਜਿਹੜੀ ਇਸਟੈਬਲਿਸ਼ਮੈਂਟ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਕਰ ਲਈ। ਅਤੇ ਉਸ ਤੋਂ ਬਾਅਦ ਜਿਹੜੇ ਅਰਬ ਸੀਗੇ, ਅਰਬ ਨੂੰ ਇਹਨਾਂ ਨੇ ਭਜਾਇਆ ਅਤੇ ਅਰਬ ਦੇ ਕੋਲ ਇੰਨੀ ਮੈਨੇਜਮੈਂਟ ਨਹੀਂ ਸੀ, ਇਹਨਾਂ ਕੋਲ ਇੰਨੇ ਕੈਪੇਬਲ ਨਹੀਂ ਸੀਗੇ ਕਿ ਉਹ ਇਹਨਾਂ ਨੂੰ ਥੋੜ੍ਹਾ
ਇੱਥੋਂ ਖਦੇੜਦੇ ਨੇ ਇੰਡੀਆ ਤੋਂ। ਉਸ ਤੋਂ ਬਾਅਦ ਜਿਹੜੇ ਚਾਈਨੀਜ਼ ਵੀ ਇੰਡੀਆ ਦੇ ਵਿੱਚ ਵਪਾਰ ਕਰਨ ਆਉਂਦੇ ਸੀਗੇ, ਪਰ ਚਾਈਨੀਜ਼ ਜਿਹੜੇ ਇੰਪੀਰੀਅਲ ਸੀਗੇ ਇਹਨਾਂ ਕੋਲ ਇੰਨੀ ਨੈਵੀ ਨਹੀਂ ਸੀਗੀ, ਆਪਣੀ ਨੈਵੀ ਨੂੰ ਇੰਨਾ ਐਡਵਾਂਸ ਕੀਤਾ ਹੀ ਨਹੀਂ ਸੀਗਾ ਉਹਨਾਂ ਨੇ, ਤਾਂ ਇਹ ਵੀ ਇਹਨਾਂ ਦੇ ਹੱਕ ਦੇ ਵਿੱਚ ਫੇਵਰੇਬਲ ਕੰਡੀਸ਼ਨ ਸੀਗੀ। ਤਾਂ ਇਹ ਸਾਰਾ ਮੈਂ ਪ੍ਰੀਵੀਅਸ ਲੈਕਚਰ ਦੇ ਵਿੱਚ ਡਿਸਕਸ ਕੀਤਾ, ਪਲੀਜ਼ ਉਸ ਲੈਕਚਰ ਨੂੰ ਤੁਸੀਂ ਵੇਖ ਲਓ ਤਾਂ ਕਿ ਫਿਰ ਇਸ ਨੂੰ ਆਪਾਂ ਇੱਦਾਂ ਅੱਗੇ ਕੰਟੀਨਿਊ ਕਰੀਏ। ਅਤੇ ਕਾਫੀ ਚੀਜ਼ਾਂ ਇਹਨਾਂ ਦੇ ਹੱਕ ਦੇ ਹੋਣ ਦੇ ਬਾਵਜੂਦ ਫਿਰ ਹਿਸਟੋਰੀਅਨ ਇਹਨਾਂ ਦੇ ਬਾਰੇ ਕੀ ਵਿਊ ਰੱਖਦੇ ਨੇ, ਹੁਣ ਆਪਾਂ ਇਸ ਲੈਕਚਰ ਨੂੰ ਸਟਾਰਟ ਕਰਦੇ ਹਾਂ। ਠੀਕ ਹੈ ਜੀ, ਆਈ ਹੋਪ ਕਿ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪੁਰਤਗੀਜ਼ ਜਿਹੜੇ ਸਟੇਟ ਸੀਗੇ ਇਹਨਾਂ ਦੇ ਬਾਰੇ ਹਿਸਟੋਰੀਅਨ ਕੀ ਕਹਿੰਦੇ ਨੇ। ਦੇਖੋ ਜੀ, ਜਨਰਲ ਟੈਂਡੈਂਸੀ ਹੈ ਸਭ ਵੀ ਇਹਨਾਂ ਨੂੰ ਅੰਡਰ ਐਸਟੀਮੇਟ ਕੀਤਾ ਜਾਂਦਾ ਹੈ ਕਿ ਪੁਰਤਗੀਜ਼ ਨੂੰ ਜਦੋਂ ਵੀ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ, ਹਿਸਟਰੀ ਨੂੰ ਪੜ੍ਹਦੇ ਹਾਂ, ਅਤੇ ਜਿਹੜੇ ਹਿਸਟੋਰੀਅਨ ਨੇ ਪੁਰਤਗੀਜ਼ ਨੂੰ ਇੰਨਾ ਇਗਨੋਰ ਹੀ ਕਰਕੇ ਚੱਲਦੇ ਨੇ, ਅੰਡਰ ਐਸਟੀਮੇਟ ਕਰਦੇ ਨੇ। ਹੋਰ ਤੁਸੀਂ ਦੇਖੋ ਜੀ ਇਹਨਾਂ ਨੇ ਕੀ ਕੀਤਾ ਸੀਗਾ, ਪੁਰਤਗੀਜ਼ ਨੇ ਇਸਟੈਡੋ ਪੁਰਤਗੀਜ਼ ਦਾ ਇੰਡੀਆ, ਇਹਦਾ ਮਤਲਬ ਸੀਗਾ ਸਟੇਟ ਆਫ ਪੁਰਤਗੀਜ਼ ਇਨ ਇੰਡੀਆ। ਇੱਕ ਇਹਨਾਂ ਨੇ ਸਟੇਟ ਜਿਹੜੀ, ਕਿਉਂਕਿ ਪੁਰਤਗੀਜ਼ ਤੋਂ ਆਏ ਸੀ ਤਾਂ ਇਹਨਾਂ ਨੇ ਇੰਡੀਆ ਨੂੰ ਐਜ ਏ ਸਟੇਟ ਬਣਾਇਆ ਸੀਗਾ। ਉਸ ਤੋਂ ਬਾਅਦ ਇਹ ਲਾਰਜਰ ਐਲੀਮੈਂਟ ਇਨ ਦੀ ਇੰਡੀਅਨ ਹਿਸਟਰੀ ਟੂ ਗਿਵ ਦੀ ਕ੍ਰੈਡਿਟ। ਦੇਖੋ ਜੀ, ਸਭ ਤੋਂ ਜ਼ਿਆਦਾ ਕ੍ਰੈਡਿਟ ਆਪਾਂ ਕਿਹਨੂੰ ਦਿੱਤਾ ਹੈ, ਸਭ ਤੋਂ ਜ਼ਿਆਦਾ ਕ੍ਰੈਡਿਟ ਦਿੰਦੇ ਕਿ ਬ੍ਰਿਟਿਸ਼ ਜਿਹੜੇ ਇੰਡੀਆ ਦੇ ਵਿੱਚ ਆਏ ਸੀ ਉਹਨਾਂ ਨੇ ਸਾਨੂੰ ਐਵੇਂ ਕੀਤਾ, ਉਹਨਾਂ ਨੇ ਐਵੇਂ ਕੀਤਾ। ਬਟ ਆਪਾਂ ਕਹਿ ਸਕਦੇ ਹਾਂ ਕਿ ਸਭ ਤੋਂ ਜਿਹੜੀ ਪਹਿਲੀ ਸ਼ੁਰੂਆਤ ਹੈ ਉਹ ਪੁਰਤਗੀਜ਼ ਨੇ ਕੀਤੀ ਹੈ। ਪਰ ਇਹਨਾਂ ਨੂੰ ਆਪਾਂ ਕਿਉਂ ਇਗਨੋਰ ਕਰ ਰਹੇ ਹਾਂ, ਕਿਉਂਕਿ ਇੰਨਾ ਵੱਡਾ ਇਹਨਾਂ ਨੇ ਸਮਰਾਜਿਆ ਫੈਲਾਇਆ ਸੀਗਾ ਇੰਡੀਆ ਦੇ ਵਿੱਚ। ਅਤੇ ਹੁਣ ਤੁਸੀਂ ਦੇਖੋ ਨੈਕਸਟ ਲਾਈਨ ਦੇ ਵਿੱਚ ਥੋੜ੍ਹਾ ਜਿਹਾ, ਮੈਨੀ ਆਫ ਦਾ ਕੋਸਟਲ ਪਾਰਟਸ ਆਫ ਦਾ ਇੰਡੀਆ ਹੈਡ ਬੀਕਮ ਅੰਡਰ ਦੀ ਪੁਰਤਗੀਜ਼ ਵਿਦਿਨ 15 years ਆਫ ਦਾ ਵਾਸਕੋ ਡਿਗਾਮਾ। ਵਾਸਕੋ ਡਿਗਾਮਾ 1498 ਈਸਵੀ ਦੇ ਵਿੱਚ ਇੰਡੀਆ ਦੇ ਵਿੱਚ ਆਉਂਦਾ ਹੈ, ਅਤੇ ਵਿਦਿਨ 50 years ਦੇ ਵਿੱਚ ਇਹਨਾਂ ਨੇ ਪੂਰਾ ਕੋਸਟਲ ਏਰੀਆ ਸੀਗਾ ਜਿਹੜਾ ਕਵਰ ਕਰ ਲਿਆ ਸੀ ਇੰਡੀਆ ਦਾ। ਈਸਟਰਨ ਅਤੇ ਵੈਸਟਰਨ ਜਿਹੜਾ ਪਾਰਟ ਸੀਗਾ ਸਾਰਾ ਲਗਭਗ ਕਵਰ ਕਰ ਚੁੱਕੇ ਸੀਗੇ। ਅਤੇ ਸੋਚ ਕੇ ਦੇਖੋ ਜੀ, ਵਿਦਿਨ 50 years। ਅਤੇ ਜਿਹੜੇ ਬ੍ਰਿਟਿਸ਼ ਸੀਗੇ ਇਹਨਾਂ ਨੂੰ ਫਿਰ ਵੀ ਪ੍ਰੋਪਰ ਦੀਵਾਨੀ ਰਾਈਟਸ ਮਿਲਣ ਦੇ ਪਹਿਲਾਂ ਇਹਨਾਂ ਨੇ 150 ਸਾਲ ਇੰਨਾ ਕੁ ਸਟਰਗਲ ਕੀਤਾ ਐਜ਼ ਇ ਟ੍ਰੇਡਿੰਗ ਪਾਰਟਨਰ ਦੇ ਹਿਸਾਬ ਨਾਲ। ਫਿਰ ਵੀ ਦੇਖੋ ਇਹ ਇਹਨਾਂ ਨੂੰ ਆਪਾਂ ਬ੍ਰਿਟਿਸ਼ ਨੂੰ ਫਿਰ ਵੀ ਇੰਨਾ ਕ੍ਰੈਡਿਟ ਦੇ ਰਹੇ ਹਾਂ ਆਪਾਂ ਉਹਨਾਂ ਨੂੰ। ਠੀਕ ਹੈ ਜੀ, ਉਸ ਤੋਂ ਬਾਅਦ ਦੇਖੋ ਜੀ, ਪੁਰਤਗੀਜ਼ ਹੈਡ ਦੀ ਆਕੂਪਾਈਡ ਦਾ 60 miles ਆਫ ਦਾ ਕੋਸਟਲ ਏਰੀਆ Goa and west coast of Mumbai, Daman, Diu and approaches in the Gujarat, control the narrow trace for important ports under the 100 towns and village। ਇਹ ਹੁਣ ਕਹਿਣਾ ਕੀ ਚਾਹੁੰਦਾ ਹੈ ਕਿ ਜਿਹੜੇ ਪੁਰਤਗੀਜ਼ ਸੀਗੇ ਜੀ, ਇਹਨਾਂ ਨੇ ਇਸ ਜਿਹੜਾ ਇਹ ਤੁਹਾਨੂੰ ਪਤਾ ਜੀ ਇੰਡੀਆ ਦਾ, ਜੇ ਤੁਸੀਂ ਜੀਓਗ੍ਰਾਫੀ ਪੜ੍ਹੀ ਹੋਏਗੀ ਤਾਂ ਇਸ ਵਾਲੇ ਪਾਰਟ ਨੂੰ ਆਪਾਂ ਤੁਹਾਨੂੰ ਪਤਾ ਜੀ 4 ਡਾਇਰੈਕਸ਼ਨਾਂ ਹੁੰਦੀਆਂ ਨੇ, ਉੱਪਰ ਨਾਰਥ, ਥੱਲੇ ਸਾਊਥ, ਇੱਧਰ ਵੈਸਟ ਅਤੇ ਇੱਧਰ ਈਸਟ। ਠੀਕ ਹੈ ਜੀ, ਇਹ ਈਸਟ ਜਿਹੜੇ ਇਹ ਇੱਧਰੋਂ ਈਸਟ ਤੋਂ ਆਏ, ਜਦੋਂ ਇਹ ਆਪਣੇ ਈਸਟ ਵੱਲ ਆਏ ਨੇ ਤਾਂ ਇੰਡੀਆ ਦੇ ਵਿੱਚ ਇੱਥੇ ਆ ਕੇ ਕੋਸਟਲ ਏਰੀਆ 'ਤੇ ਇਹਨਾਂ ਨੇ ਆਪਣਾ ਵਸਾਇਆ ਸੀਗਾ। ਸਭ ਤੋਂ ਪਹਿਲਾਂ ਕੈਲੀਕਟ ਇਹਨਾਂ ਨੇ ਫੈਕਟਰੀ ਬਣਾਈ ਸੀ। ਇਹ ਕਹਿੰਦੇ ਪਏ ਨੇ ਵੀ 60 ਮਾਈਲ ਦਾ ਏਰੀਆ ਗੁਜਰਾਤ ਤੋਂ ਲੈ ਕੇ ਗੋਆ ਤੱਕ ਇਹਨਾਂ ਨੇ 60 ਮਾਈਲ ਦਾ ਏਰੀਆ ਕੋਸਟਲ ਏਰੀਆ ਕਵਰ ਕੀਤਾ ਹੋਇਆ ਸੀਗਾ। ਉਸ ਦੇ ਵਿੱਚ ਇਹਨਾਂ ਨੇ 4-5 ਸੈਂਟਰ ਇਹਨਾਂ ਦੇ ਬਹੁਤ ਜ਼ਿਆਦਾ ਇੰਪੋਰਟੈਂਟ ਸੀਗੇ, ਜਿਹੜੇ ਇਹਨਾਂ ਦੇ ਮੇਨ ਸੈਂਟਰ ਸੀਗੇ, ਜਿਨ੍ਹਾਂ ਦੇ ਵਿੱਚ ਇਹ ਆਉਂਦਾ ਕਿ ਮੁੰਬਈ ਆ ਗਿਆ, ਦਮਨ ਆ ਗਿਆ, ਦਿਊ ਆ ਗਿਆ। ਗੁਜਰਾਤ ਦੇ ਵਿੱਚ ਇਹਨਾਂ ਨੇ ਪੂਰੀ ਤਰੀਕੇ ਨਾਲ ਕੰਟਰੋਲ ਕੀਤਾ ਹੋਇਆ ਸੀ ਆਪਣੇ ਆਪ ਨੂੰ ਇੱਕ ਐਜ਼ ਏ ਲੈਂਡਲੋਰਡ। ਮੈਂ ਦੱਸਿਆ ਸੀਗਾ ਪ੍ਰੀਵੀਅਸ ਲੈਕਚਰ ਦੇ ਵਿੱਚ ਵੀ ਤੁਹਾਨੂੰ ਸਾਰਾ, ਅਗਰ ਤੁਸੀਂ ਵੇਖਿਆ ਹੋਵੇਗਾ। ਅਤੇ ਉਹਦੇ ਵਿੱਚ ਇਹ ਕਈ ਟਾਊਨ ਇਹਨਾਂ ਨੇ, ਸ਼ਹਿਰ ਜਿਹੜੇ ਇਹਨਾਂ ਦੇ ਅੰਡਰ ਸੀਗੇ। ਠੀਕ ਹੈ ਜੀ, ਸਾਊਥ ਦੇ ਵਿੱਚ ਕੀ ਸੀਗਾ ਜੀ, ਸਾਊਥ ਦੇ ਵਿੱਚ ਇਹਨਾਂ ਦਾ ਇੱਕ ਚੇਨ ਸੈੱਟ ਹੀ ਸੀਗਾ। ਤੁਸੀਂ ਦੇਖੋਗੇ ਸਾਊਥ ਦੇ ਵਿੱਚ ਕੈਲੀਕਟ ਸੀਗਾ, ਕੈਨੌਰ ਸੀਗਾ, ਇੱਥੇ ਤਾਂ ਪੂਰਾ ਤੁਸੀਂ ਦੇਖੋਗੇ ਨਾ ਪੂਰਾ ਇੱਕ ਪ੍ਰੋਪਰ ਚੇਨ ਸੈੱਟ ਹੀ ਸੀਗਾ, ਕਿਉਂਕਿ ਇਹਨਾਂ ਨੇ ਜਿਹੜੇ ਛੋਟੇ ਛੋਟੇ ਜਿਹੜੇ ਆਪਣੀ ਫੈਕਟਰੀਆਂ ਦੇ ਫਿਰ ਉਹਨਾਂ ਨੂੰ ਫੋਰਟੀਫਿਕੇਸ਼ਨ ਕੀਤਾ, ਉਹਨਾਂ ਨੂੰ ਇੱਕ ਕਿਲਿਆਂ ਦੇ ਵਿੱਚ ਤਬਦੀਲ ਕੀਤਾ। ਉਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਕੇਰਲਾ ਦੇ ਏਰੀਆ ਦੇ ਵਿੱਚ, ਇੱਥੇ ਮਾਲਾਬਾਰ ਦੇ ਵਿੱਚ ਇਹਨਾਂ ਦਾ ਇੰਨਾ ਕੁ ਕੰਟਰੋਲ ਨਹੀਂ ਸੀਗਾ ਇੱਥੇ, ਕਿਉਂਕਿ ਸਭ ਤੋਂ ਜ਼ਿਆਦਾ ਕੰਟਰੋਲ ਇਹਨਾਂ ਦਾ ਵੈਸਟਰਨ ਪਾਰਟ ਦੇ ਵਿੱਚ ਗੁਜਰਾਤ, ਅਤੇ ਇੱਥੇ ਇਹਨਾਂ ਦੀ ਪਾਵਰ ਇੰਨੀ ਕੁ ਕੰਸੋਲੀਡੇਟ ਸੀਗੀ, ਇਹਨਾਂ ਨੂੰ ਕੋਈ ਹਿਲਾ ਨਹੀਂ ਸਕਿਆ ਉਸ ਟਾਈਮ ਦੇ ਉੱਪਰ। ਬਟ ਥੋੜ੍ਹੀ ਜਿਹੀ ਪਾਵਰ ਜਿਹੜੀ ਹੈਗੀ ਸੀ ਸਾਊਥ ਦੇ ਵਿੱਚ ਕੇਰਲਾ ਵਾਲੇ ਸਾਈਡ ਦੇ ਵਿੱਚ ਘੱਟ ਸੀਗੀ, ਪਰ ਇੰਨੀ ਵੀ ਘੱਟ ਨਹੀਂ ਸੀਗੀ, ਕਿਉਂਕਿ ਇਹਨਾਂ ਦਾ ਬਹੁਤ ਵਧੀਆ ਇਨਫਲੂਐਂਸ ਸੀਗਾ ਇਹਨਾਂ ਦੇ ਉੱਪਰ, ਜਿਹੜੇ ਨੌਰਥ ਸਾਈਡ ਦੇ ਜਿਹੜੇ ਹੈਗੇ ਸੀਗੇ। ਅਤੇ ਇਹਨਾਂ ਦੀ ਜਿਹੜੀ ਪੋਰਟਸ ਸੀਗੀਆਂ ਸਾਊਥ ਦੇ ਵਿੱਚ ਉਹ ਸੀਗੀਆਂ ਮੈਂਗਲੋਰ, ਕੈਨੌਰ, ਕੋਚੀਨ, ਕੈਲੀਕਟ। ਇਹ ਸਾਰੀ ਇੱਕ ਚੈਨ ਸੈੱਟ ਸੀਗਾ ਪੂਰਾ ਪ੍ਰੋਪਰ ਤਰੀਕੇ ਦੇ ਨਾਲ। ਠੀਕ ਹੈ ਜੀ, ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ। ਇਹ ਮੈਂ ਮੈਪ ਦੱਸਿਆ ਸੀਗਾ ਤੁਹਾਨੂੰ ਉਸ ਦਿਨ। ਉਸ ਤੋਂ ਬਾਅਦ ਦੇਖੋ ਜੀ, ਦੀ ਪੁਰਤਗੀਜ਼ ਐਸਟੈਬਲਿਸ਼ ਦੀ ਮਿਲਟਰੀ ਸਟੇਸ਼ਨਸ, ਅਤੇ ਇਹਨਾਂ ਨੇ ਮਿਲਟਰੀ ਸਟੇਸ਼ਨਸ ਵੀ, ਕਿਉਂਕਿ ਇਹਨਾਂ ਕੋਲ ਇਹ ਸਭ ਤੋਂ ਜ਼ਿਆਦਾ ਐਡਵਾਂਸ ਸੀਗੇ ਹੋਰਾਂ ਯੂਰੋਪੀਅਨਸ ਦੇ ਵਿੱਚ ਤੋਂ ਇਲਾਵਾ। ਇਹ ਬਹੁਤ ਜ਼ਿਆਦਾ, ਕਿਉਂਕਿ ਪਹਿਲੇ ਯੂਰੋਪੀਅਨ ਸੀਗੇ, ਅਤੇ ਜਿਹੜੇ ਇੰਡੀਅਨ ਓਸ਼ਨ ਦੇ ਵਿੱਚ ਜਿਹੜੇ ਲੋਕ ਸੀਗੇ ਉਹਨਾਂ ਤੋਂ ਥੋੜ੍ਹਾ ਜ਼ਿਆਦਾ ਐਡਵਾਂਸ ਹੋਣ ਦੇ ਬਾਵਜੂਦ ਇਹਨਾਂ ਨੇ ਕੀ ਕੀਤਾ ਜੀ, ਇੱਥੇ ਆ ਕੇ ਇੰਡੀਆ ਦੇ ਵਿੱਚ ਸਨ ਥੋਮੇ
ਅੱਜ ਜਿੱਥੇ ਅੱਜ ਆਪਣਾ ਚੇन्नई ਹੈ, ਤਮਿਲਨਾਡੂ ਦੀ ਰਾਜਧਾਨੀ ਹੈ ਜਿਹੜੀ, ਉੱਥੇ ਇਹਨਾਂ ਨੇ ਸੈਨ ਥੋਮੇ ਨਾਮਕ ਦਾ ਕਿਲਾ ਬਣਾਇਆ। ਉੱਥੇ ਇਹਨਾਂ ਨੇ ਮਿਲਟਰੀ ਬੇਸ ਬਣਾਇਆ। ਨਾਗਪਟਨਮ ਇੱਥੇ ਆਂਧਰਾ ਪ੍ਰਦੇਸ਼ ਦੇ ਵਿੱਚ ਇਹਨਾਂ ਨੇ ਇਸ ਸਾਈਡ ਇਹ ਵਾਲੀ ਸਾਈਡ ਇੱਕ ਇੱਥੇ ਤੇ ਇਹ 2 ਮਿਲਟਰੀ ਬੇਸ ਬਣਾਏ ਇਸ ਸਾਈਡ ਤਾਂ ਕਿ ਕੰਟਰੋਲ ਕੀਤਾ। ਉਸ ਤੋਂ ਬਾਅਦ ਫਿਰ ਉੱਪਰ ਵੱਲ ਚਲੇ ਗਏ ਉਤਕਲ ਏਰੀਆ। ਤੁਹਾਨੂੰ ਪਤਾ ਹੈ ਜੀ ਉੜੀਸਾ ਵਾਲੇ ਏਰੀਆ ਨੂੰ ਆਪਾਂ ਉਤਕਲ ਏਰੀਆ ਬੋਲਦੇ ਹਾਂ। ਉਸ ਤੋਂ ਬਾਅਦ ਆ ਜਾਂਦਾ ਸਾਡਾ ਉੱਤਰੀ ਸਰਕਾਰ ਵੀ ਬੋਲਦੇ ਹਾਂ ਅਗਰ ਜਿਓਗ੍ਰਾਫੀ ਪੜ੍ਹੀ ਹੋਵੇ। ਉਸ ਦੇ ਵਿੱਚ ਹੁਗਲੀ ਜਿਹੜਾ ਇਹਨਾਂ ਦੇ ਇੱਕ ਜਿਹੜਾ ਤੁਹਾਨੂੰ ਪਤਾ ਹੈ ਜੀ ਹੁਗਲੀ ਜਿਹੜਾ ਹੈਗਾ ਸੀਗਾ ਆਪਣਾ ਪੋਰਟ ਸੀਗਾ, ਉੱਥੇ ਵੀ ਵੈਸਟ ਬੰਗਾਲ ਦੇ ਵਿੱਚ ਇਹਨਾਂ ਨੇ ਆਪਣੀ ਮਿਲਟਰੀ ਬੇਸ ਬਣਾਇਆ ਅਤੇ ਕਾਫੀ ਇਹਨਾਂ ਦਾ ਇੱਧਰ ਵੀ ਹੋਲਡ ਹੋ ਗਿਆ ਸੀਗਾ ਅਤੇ ਇੱਧਰ ਤੇ ਇਹਨਾਂ ਦਾ ਵੈਸੇ ਵੀ ਕੰਸੋਲੀਡੇਟ ਪਾਵਰ ਇਹਨਾਂ ਕੋਲ ਹੈਗੀ ਸੀ, ਇਹਨਾਂ ਦਾ ਬਹੁਤ ਵਧੀਆ ਪਾਵਰ ਸੀ। ਉਸ ਤੋਂ ਬਾਅਦ ਇੰਨੀ ਕੀ ਪਾਵਰ ਹੋਣ ਦੇ ਬਾਵਜੂਦ ਇਹਨਾਂ ਨੇ ਕੀ ਕੀਤਾ ਜੀ, ਆਪਣੇ ਜਿਹੜੇ ਕਮਿਊਨੀਕੇਸ਼ਨ ਕਿਵੇਂ ਹੁੰਦਾ ਸੀ ਫਿਰ ਲੋਕਲ ਰੂਲਰਸ ਦੇ ਨਾਲ, ਕਿਉਂਕਿ ਇੱਕ ਐਜ਼ ਏ ਪਾਵਰ ਉੱਭਰ ਕੇ ਸਾਹਮਣੇ ਆਏ ਸੀ ਅਤੇ ਫਿਰ ਜਿਹੜੇ ਲੋਕਲ ਰੂਲਰ ਸੀਗੇ ਉਹ ਇਹਨਾਂ ਤੋਂ ਡਰਦੇ ਸੀਗੇ। ਡਰਨ ਦੇ ਕਾਰਨ ਫਿਰ ਉਹ ਕੀ ਕਰਦੇ ਸੀ, ਇਹਨਾਂ ਤੋਂ ਲੜਾਈ ਨਾ ਹੋਵੇ, ਫਾਈਟ ਨਾ ਹੋਵੇ, ਇਹਨਾਂ ਵਾਸਤੇ ਕੀ ਕਰਦੇ ਸੀ, ਕਮਿਊਨੀਕੇਸ਼ਨ ਹੁੰਦੀ ਸੀ ਆਪਸ ਦੇ ਵਿੱਚ। ਐਨਵੋਏ ਅਤੇ ਐਂਬੈਸਡਰ ਇਹ ਕੀ ਕਰਦੇ ਸੀ, ਟਰੀਟੀਆਂ ਸਾਈਨ ਕਰਵਾਉਂਦੇ ਸੀਗੇ ਤਾਂ ਕਿ ਸ਼ਾਂਤੀ ਬਣੀ ਰਹੇ ਏਰੀਆ ਦੇ ਵਿੱਚ। ਇਹ ਚੀਜ਼ਾਂ ਐਕਸਚੇਂਜ ਹੁੰਦੀ ਸੀ ਜਿਹੜੀ ਕਮਿਊਨੀਕੇਸ਼ਨ ਆਪਸ ਦੇ ਵਿੱਚ। ਅਤੇ ਇੰਡੀਆ ਦੇ ਲੋਕਲ ਰੂਲਰਸ, ਕਿਉਂਕਿ ਇਹਨਾਂ ਦਾ ਮੇਨ ਰੂਲ ਸੀਗਾ ਗੋਆ, ਬਾਕੀ ਮੇਜਰ ਕਿੰਗਡਮ ਜਿਹੜੇ ਇੰਡੀਆ ਦੇ ਵਿੱਚ ਇਸ ਤਰ੍ਹਾਂ ਨਾਲ ਸਾਰਾ ਸਿਸਟਮ ਹੁੰਦਾ ਸੀ। ਇੰਨੀ ਕਿ ਲੈਵਲ ਦੀ ਪਾਵਰ ਇਹਨਾਂ ਕੋਲ ਆ ਚੁੱਕੀ ਸੀ। ਉਸ ਤੋਂ ਬਾਅਦ ਇਹਨਾਂ ਨੇ ਕਾਫੀ ਟਰੀਟੀਜ਼ ਸਾਈਨ ਕੀਤੀਆਂ। ਜੇ ਟਰੀਟੀ ਸਾਈਨ ਕਰਦੇ ਸੀ ਹੋਰਾਂ ਡੈਕਨਸ ਜਿਹੜੇ ਕਿੰਗਡਮਸ ਦੇ ਨਾਲ, ਜਿਹੜੀਆਂ ਡੈਕਨ ਤੁਹਾਡਾ ਸਾਊਥ ਇੰਡੀਆ ਦਾ ਜਿਹੜਾ ਡੈਕਨ ਦੇ ਵਿੱਚ ਜਿੰਨੇ ਰਾਜੇ ਰਾਜ ਕਰ ਰਹੇ ਨੇ ਉਹਨਾਂ ਦੇ ਵਿੱਚ ਜਿਹੜੀ ਟਰੀਟੀ ਸਾਈਨ ਕਰਦੀ ਸੀ ਅਤੇ ਉਹਨਾਂ ਦਾ ਮੰਨ ਲਓ ਕੋਈ ਰਾਜੇ ਦੀ ਡੈਥ ਹੁੰਦੀ ਹੈ, ਫਿਰ ਉਸੇ ਟਰੀਟੀ ਨੂੰ ਦੁਬਾਰਾ ਰੀਨਿਊ ਵੀ ਕੀਤਾ ਜਾਂਦਾ ਸੀਗਾ ਤਾਂ ਕਿ ਮੌਕਾ ਪ੍ਰਸਤ ਹੁੰਦੇ ਸੀ। ਜਿਵੇਂ ਇਹਨਾਂ ਕੋਈ ਮੌਕਾ ਮਿਲ ਜੇ ਤਾਂ ਕਹਿੰਦੇ ਨਾ ਉਹ ਰਾਜੇ ਨੂੰ ਦੱਬ ਲੈਣਾ, ਉਸ ਤਰੀਕੇ ਦੇ ਨਾਲ। ਠੀਕ ਹੈ ਜੀ। Portuguese always had to role to play as successive battles of the balanced the powers in Vijayanagar, Sultan and Deccans of the Mughals and between the Mughals and Marathas। ਤੁਹਾਨੂੰ ਇਹ ਵੀ ਪਤਾ ਹੋਏਗਾ ਜੀ ਇੰਡੀਆ ਦੇ ਵਿੱਚ ਸਭ ਤੋਂ ਸੈਂਟਰ ਪਾਵਰ ਹੁੰਦੀ ਸੀ ਮੁਗਲ ਸਭ ਤੋਂ ਸੈਂਟਰ ਪਾਵਰ ਦੇ ਵਿੱਚ ਹੈਗੇ ਸੀਗੇ। ਮੁਗਲ ਤੋਂ ਕਈ ਰਾਜ ਛੋਟੇ ਛੋਟੇ ਆਜ਼ਾਦ ਹੋ ਗਏ ਸੀ, ਜਿਵੇਂ ਤੁਸੀਂ ਦੇਖੋ ਇੰਡੀਪੈਂਡੈਂਸ ਹੋਇਆ ਪਹਿਲੇ ਬੰਗਾਲ, ਫਿਰ ਹੈਦਰਾਬਾਦ, ਮਰਾਠੇ ਹੋ ਗਏ, ਆਪਣੇ ਰਾਜਪੂਤਾਨਾ ਫੈਮਲੀਜ਼ ਹੋਈਆਂ, ਅਵਧ ਵਾਲਾ ਏਰੀਆ ਹੋ ਗਿਆ। ਇਸ ਤਰ੍ਹਾਂ ਸਾਰੇ ਅਲੱਗ-ਅਲੱਗ ਹੋਏ ਸੀ। ਬੀਜਾਪੁਰ, ਵਿਜੇਨਗਰ, ਇਹ ਸਾਰੇ ਅਲੱਗ-ਅਲੱਗ ਹੋਏ ਸੀਗੇ। ਮੈਸੂਰ ਹੋ ਗਿਆ। ਤਾਂ ਇਹਨਾਂ ਦੇ ਵਿੱਚ ਜਿਵੇਂ ਮਰਾਠਾ ਕੀ ਕਰਦੇ ਸੀ, ਡੈਕਨ ਦੇ ਵੱਲ, ਤੁਹਾਨੂੰ ਪਤਾ ਜੀ ਇਹ ਸਮੁੰਦਰ ਦੇ ਵੱਲ, ਕਿਉਂਕਿ ਇਹ ਲੋਕਲ ਰਾਜੇ ਸੀ, ਇਹਨਾਂ ਨੇ ਕਦੇ ਸਮੁੰਦਰ ਤੋਂ ਬਾਹਰ ਤਾਂ ਕਦੇ ਗਏ ਨਹੀਂ। ਅਤੇ ਇਹਨਾਂ ਨੇ ਕੀ ਕਰਦੇ ਸੀ, ਇੰਡੀਆ ਦੇ ਇਸੇ ਏਰੀਏ ਦੇ ਵਿੱਚ ਵਾਪਸ ਵਧਣਾ ਹੁੰਦਾ ਸੀ, ਦਿੱਲੀ ਵਾਲੇ ਪਾਸੇ ਜਾਣਾ, ਨਾਰਥ ਦੇ ਸਾਈਡ ਵਾਲੇ ਆਪਣੇ ਆਪ ਨੂੰ ਫੈਲਾਉਣਾ ਸੀ ਆਪਣੇ ਰਾਜਿਆਂ ਨੂੰ, ਅਤੇ ਆਪਸ ਦੇ ਵਿੱਚ ਹੀ ਲੜ ਪੈਂਦੇ ਸੀਗੇ। ਹੁਣ ਤੁਹਾਨੂੰ ਪਤਾ ਹੈ ਜੀ ਕੋਸਟਲ ਏਰੀਆ ਦੇ ਉੱਪਰ ਇਹ ਸਾਰੇ ਪੁਰਤਗੀਜ਼ ਬੈਠੇ ਨੇ, ਇਹ ਸੀਗੇ ਮੌਕਾ ਪ੍ਰਸਤ। ਇਹ ਕੀ ਕਰਦੇ ਸੀ, ਆਪਣੀ ਪਾਵਰ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਨ ਵਾਸਤੇ, ਜਦੋਂ ਲੋਕਲ ਰੂਲਰ ਆਪਸ ਦੇ ਵਿੱਚ ਲੜੀ ਜਾਂਦੇ ਨੇ ਉਹਨਾਂ ਦੀ ਪਾਵਰਾਂ ਨੂੰ ਬੈਲੈਂਸ ਕਰਨ ਵਾਸਤੇ ਇਹ ਕੀ ਕਰਦੇ ਸੀ, ਇੱਕ ਬੰਦੇ ਦਾ ਸਾਥ ਦਿੰਦੇ ਸੀ ਤਾਂ ਕਿ ਦੂਜੇ ਨੂੰ ਹਰਾਇਆ ਜਾਵੇ ਅਤੇ ਉਸ ਤੋਂ ਬਾਅਦ ਉਹਦੇ ਨਾਲ ਟਰੀਟੀ ਕੀਤੀ ਜਾਵੇ, ਅਤੇ ਜੇ ਮੌਕਾ ਮਿਲ ਜਾਵੇ ਤਾਂ ਉਹਨੂੰ ਵੀ ਮਾਰ ਦਿੱਤਾ ਜਾਵੇ। ਅਤੇ ਇਸ ਤਰੀਕੇ ਨਾਲ ਇਹਨਾਂ ਨੇ ਕੀ ਕੀਤਾ ਜੀ, ਜਦੋਂ ਮਰਾਠੇ ਡੈਕਨਸ ਕਿੰਗਡਮ ਦੇ ਨਾਲ ਲੜਦੇ ਸੀ, ਜਦੋਂ ਮੈਸੂਰ ਵਾਲੇ ਮਰਾਠਾ ਨਾਲ ਲੜਦੇ ਸੀ ਜਾਂ ਮੁਗਲ ਵਾਲੇ ਮਰਾਠਾ ਨਾਲ ਲੜੀ ਜਾਂਦੇ ਨੇ, ਇਹ ਕੀ ਕਰਦੇ ਸੀ, ਇੱਕ ਨਾ ਇੱਕ ਪਾਸੇ ਸਾਥ ਦੇਣਾ ਇਹਨਾਂ ਦਾ ਕੰਮ ਹੁੰਦਾ ਸੀਗਾ। ਅਤੇ ਇਸ ਕਰਕੇ ਕਾਰਨ ਕੀ ਸੀਗਾ, ਇਹਨਾਂ ਦਾ ਬੈਲੈਂਸ ਕਰਨਾ, ਪਾਵਰਸ ਨੂੰ ਬੈਲੈਂਸ ਕਰਨਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਮਿਲ ਸਕੇ ਅੱਗੇ, ਕਿਉਂਕਿ ਇਹਨਾਂ ਦੇ ਕੋਲ ਜਿਹੜੇ ਐਡਵਾਂਸ ਟੈਕਨੋਲੋਜੀ ਸੀਗੀ, ਐਡਵਾਂਸ ਇਹਨਾਂ ਦੇ ਪਰਸਨ ਸੀਗੇ, ਸਾਰੀ ਸੈਨਾ ਇਹਨਾਂ ਦੀ ਐਡਵਾਂਸ ਸੀਗੀ, ਨੈਵਲ ਬੇਸ ਵਧੀਆ ਸੀਗੇ ਇਹਨਾਂ ਕੋਲ, ਅਤੇ ਇਹ ਸਾਰਾ ਸਟਰਕਚਰ ਹੋਣ ਦੇ ਕਾਰਨ ਕਾਫੀ ਇੰਟਰਫੇਅਰ ਕਰਨਾ ਆਪਣੀ ਲੋਕਲ ਪੋਲਿਟਿਕਸ ਦੇ ਵਿੱਚ ਸਟਾਰਟ ਕੀਤਾ ਸੀ ਪੁਰਤਗੀਜ਼ ਨੇ। ਠੀਕ ਹੈ ਜੀ। ਇੰਟਰਸਿੰਗਲੀ Portuguese the first European to come India and last live to this land। ਇੰਡੀਆ ਦੀ ਜਿਹੜੀ ਧਰਤੀ ਦੇ ਉੱਪਰ ਸਭ ਤੋਂ ਪਹਿਲੇ ਆਉਣ ਵਾਲੇ ਪੁਰਤਗੀਜ਼ ਜਿਨ੍ਹਾਂ ਨੇ ਇੱਥੇ ਆ ਕੇ ਇਸਟੈਬਲਿਸ਼ ਹੋਏ ਉਹ ਸੀਗੇ ਪੁਰਤਗੀਜ਼। ਅਤੇ ਉਸ ਤੋਂ ਬਾਅਦ ਇਹ ਪਹਿਲੇ ਹੀ ਜਿਹੜੇ ਲਾਸਟ ਪਰਸਨ ਸੀਗੇ, ਕਿਉਂਕਿ ਉਸ ਤੋਂ ਬਾਅਦ ਡੱਚ, ਬ੍ਰਿਟਿਸ਼, ਫਰੈਂਚ ਇਹ ਸਾਰੇ ਆਉਣਗੇ, ਪਰ ਪੁਰਤਗੀਜ਼ ਜਿਹੜੇ ਪਹਿਲੇ ਸੀ ਅਤੇ ਲਾਸਟ 'ਚ ਜਾਣ ਵਾਲੇ ਵੀ ਪੁਰਤਗੀਜ਼ ਸੀਗੇ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਫੈਕਟ ਹੈ, ਇਹ ਤੁਸੀਂ ਪੇਪਰਾਂ ਦੇ ਵਿੱਚ ਆ ਸਕਦਾ ਹੈ। ਉਸ ਤੋਂ ਬਾਅਦ ਜਦੋਂ ਇਹ ਲਾਸਟ ਦੇ ਵਿੱਚ ਜਾਣਾ ਨਹੀਂ ਚਾਹੁੰਦੇ ਸੀ, ਕਿਉਂਕਿ ਇਹਨਾਂ ਨੇ ਗੋਆ ਜਿਹੜਾ ਸੀਗਾ, ਗੋਆ ਦਾ ਸਾਰਾ ਕਲਚਰ ਹੀ ਇਹਨਾਂ ਨੇ ਚੇਂਜ ਕਰਤਾ ਸੀ। ਇਹਨਾਂ ਦੇ ਵਰਗੇ ਤੁਸੀਂ ਅੱਜ ਵੀ ਗੋਆ ਦੇ ਵਿੱਚ ਜਾਓਗੇ ਤੁਹਾਨੂੰ ਪੁਰਤਗੀਜ਼ ਵਾਲਾ ਸਿਸਟਮ ਸਾਰਾ ਨਜ਼ਰ ਆਊਗਾ। ਅਤੇ ਇਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਜਦੋਂ 1947 'ਚ ਇੰਡੀਆ ਆਜ਼ਾਦ ਹੋ ਗਿਆ, ਇੰਡੀਪੈਂਡੈਂਸ ਮਿਲੀ ਜਦੋਂ, ਅਤੇ ਇੰਡੀਆ ਨੇ ਕੀ ਕੀਤਾ ਸੀ, ਗੋਆ ਨੂੰ ਕੈਪਚਰ ਕੀਤਾ ਸੀ, ਗੋਆ, ਦਮਨ ਐਂਡ ਦਿਊ, ਕਿਉਂਕਿ ਵੈਸਟਰਨ ਮੈਂ ਤੁਹਾਨੂੰ ਦੱਸਿਆ ਸੀਗਾ ਕੰਸੋਲੀਡੇਟ ਪਾਵਰ ਇਹਨਾਂ ਦੀ ਵੈਸਟ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਸੀਗੀ, ਅਤੇ ਇਹਨਾਂ ਦੇ ਵਿੱਚ ਗੋਆ ਅਤੇ ਦਮਨ ਐਂਡ ਦਿਊ ਨੂੰ ਆਪਾਂ ਆਜ਼ਾਦ ਕਰਵਾਇਆ ਸੀ 1961 ਦੇ ਵਿੱਚ ਆਪਣੀ ਐਕਸ਼ਨ ਆਫ ਪੁਲਿਸ ਫੋਰਸ ਦੇ ਕਾਰਨ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਇਹ ਕੌਂਸਟੀਟਿਊਸ਼ਨ ਪੋਲਿਟੀ ਦੇ ਵਿੱਚ ਕੁਐਸਚਨ ਆ ਚੁੱਕਿਆ ਹੈ।
ठीक है जी। उस तो बाद ਆਪਾਂ ਗੱਲ ਕਰਦੇ ਹਾਂ, ਇਹ ਸੀਗੇ ਅਲਬੁਰਕ ਜਿਨ੍ਹਾਂ ਨੇ ਰੀਅਲ ਫਾਊਂਡਰ ਸੀਗਾ। ਇਸ ਤਰ੍ਹਾਂ ਇੰਡੀਆ ਦੇ ਵਿੱਚ ਆਏ ਸੀ। ਇਹ ਗੋਆ ਦਾ ਮੈਪ ਸੀਗਾ, ਜਿੱਦਾਂ ਇਹਨਾਂ ਨੇ ਆਪਣੇ ਆਪ ਨੂੰ ਇਸਟੈਬਲਿਸ਼ ਕੀਤਾ ਸੀ, ਪ੍ਰੋਪਰ ਤਰੀਕੇ ਨਾਲ ਗੋਆ ਬਣਾਇਆ ਸੀਗਾ। ਇਹ ਇਹਨਾਂ ਦਾ ਰੂਲਰ ਸੀਗਾ ਵੀ ਇਹ ਚਾਹੁੰਦੇ ਸੀ ਵੀ ਈਸਟ ਦੇ ਵਿੱਚ ਇਹਨਾਂ ਦਾ ਪ੍ਰੋਪਰ ਰਾਜ ਹੋਣਾ ਚਾਹੀਦਾ। ਤੇ ਇਹ ਸੀਗਾ ਜਿਹੜਾ ਵਾਸਕੋ ਡੀ ਗਾਮਾ ਜਿਹੜਾ ਇੰਡੀਆ ਦੇ ਵਿੱਚ ਆਇਆ ਸੀਗਾ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਕਿੱਦਾਂ ਦਾ ਸੀਗਾ। ਹੈੱਡ ਆਫ ਹਰ ਇੱਕ, ਤੁਹਾਨੂੰ ਪਤਾ ਹੈ ਜੀ ਐਡਮਿਨਿਸਟ੍ਰੇਸ਼ਨ ਕਿੱਦਾਂ ਹੁੰਦਾ ਹੈ, ਹਰ ਚੀਜ਼ ਦਾ ਇੱਕ ਹੈੱਡ ਹੁੰਦਾ ਹੈ। ਹੈੱਡ ਇਹਨਾਂ ਦਾ ਜਿਹੜਾ ਹੁੰਦਾ ਸੀ ਆਪਣੀ ਕੰਟਰੀ ਦੇ ਵਿੱਚ। ਉਸ ਤੋਂ ਬਾਅਦ ਇਹ ਬਣਾ ਕੇ ਭੇਜਦੇ ਸੀ ਆਪਣੇ ਵਾਇਸਰੋਏ ਕਿੰਨੇ ਸਾਲ ਵਾਸਤੇ ਹੁੰਦਾ ਸੀਗਾ, 3 ਸਾਲ ਵਾਸਤੇ, ਜਿਹਨੂੰ ਆਪਾਂ ਗਵਰਨਰ ਵੀ ਬੋਲਦੇ ਹਾਂ। ਗਵਰਨਰ ਦੀ ਹੈਲਪ ਕਰਨ ਵਾਸਤੇ ਹੁੰਦਾ ਸੀ ਸੈਕਟਰੀ, ਠੀਕ ਹੈ ਜੀ, ਸੈਕਟਰੀ। ਅਤੇ ਸੈਕਟਰੀ ਲੇਟਰ ਜਦੋਂ ਟਾਈਮ ਪੀਰੀਅਡ ਜਿਵੇਂ ਅੱਗੇ ਵਧੀ ਜਾਂਦੇ ਆ, ਕਿਉਂਕਿ ਇਹਨਾਂ ਦੀ ਕਾਫੀ ਕਲੋਨੀਆਂ ਇਹਨਾਂ ਨੇ ਮਹਾਂਦੀਪਾਂ ਦੇ ਵਿੱਚ ਬਣਾਈਆਂ ਹੋਈਆਂ ਸੀਗੀਆਂ। ਉਸ ਤੋਂ ਬਾਅਦ ਇਹ ਜਿਹੜੇ ਸੈਕਟਰੀ ਹੁੰਦਾ ਸੀ ਇਹਦੀ ਥਾਂ ਲੈ ਲੈਂਦੇ ਆ ਕਾਉਂਸਿਲ ਆ ਜਾਂਦੀ ਹੈ ਬਾਅਦ ਦੇ ਵਿੱਚ, ਠੀਕ ਹੈ ਜੀ, ਜਿਹੜੀ ਸਲਾਹ ਦਿੰਦੀ ਆ ਵਾਇਸਰੋਏ ਨੂੰ ਅੱਗੇ ਕਿਵੇਂ ਕਰਨਾ ਹੈ ਸਾਰਾ ਸਿਸਟਮ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਵੈਂਡੋਰ ਦੀ ਫੈਜ਼ੰਦਾ। ਇਹ ਕੀ ਸੀਗਾ ਜੀ, ਇੱਕ ਤਰ੍ਹਾਂ ਦਾ ਇੱਕ ਸਿਸਟਮ ਸੀਗਾ। ਇਹਦੇ ਵਿੱਚ ਇੱਕ ਪ੍ਰੈਜ਼ੀਡੈਂਟ ਹੁੰਦਾ ਸੀ, ਇੱਕ ਕਹਿੰਦੇ ਨੇ ਗਰੁੱਪ ਕਹਿ ਲਈਏ ਆਪਾਂ ਪੀਪਲਸ ਦਾ। ਇਹ ਕੀ ਕਰਦਾ ਸੀ, ਰੈਵਨਿਊ ਕੰਟਰੋਲ ਕਰਦਾ ਸੀ ਇੰਡੀਆ ਦੇ ਵਿੱਚ। ਰਿਸਪੋਂਸੀਬਲ ਹੈ ਇੰਡੀਆ ਦੇ ਵਿੱਚ ਜਿਹੜਾ ਕਾਰਗੋ ਬਣ ਗਿਆ, ਜਿਹੜਾ ਵੀ ਸਮਾਨ ਬਣ ਗਿਆ, ਜਾਂ ਕੋਈ ਵੀ ਰੈਵਨਿਊ ਆਪਾਂ ਨੂੰ ਮਿਲਿਆ, ਪੈਸਾ ਕਮਾਇਆ, ਉਹ ਸਾਰਾ ਡਿਸਪੈਚ ਕਰਨਾ ਹੁੰਦਾ ਸੀਗਾ। ਇਹ ਸਾਰਾ ਕੰਮ ਸੀਗਾ ਜੀ ਵੈਂਡਰ ਦੀ ਫੈਜ਼ੰਡਾ ਦਾ, ਠੀਕ ਹੈ ਜੀ। ਇਹ ਪੁਰਤਗੀਜ਼ ਦੀ ਇੱਕ ਸੰਸਥਾ ਸੀ, ਕਾਉਂਸਿਲ ਸੀਗੀ, ਉਹਦੇ ਪ੍ਰੈਜ਼ੀਡੈਂਟ ਸੀਗੇ। ਉਸ ਤੋਂ ਬਾਅਦ ਫੋਰਟਰੈਸ ਆਫ ਦਾ, ਜਿਹੜੇ ਹੁਣ ਤੁਸੀਂ ਫੋਰਟਰੈਸ ਕੀ ਹੁੰਦਾ ਸੀਗਾ, ਕਾਫੀ ਇਹਨਾਂ ਦੀ ਮੈਂ ਦੱਸਿਆ ਵੀ ਪੂਰੇ ਵਰਲਡ ਦੇ ਵਿੱਚ ਕਲੋਨੀਆਂ ਕਾਫੀ ਸੀਗੀਆਂ। ਇੰਡੀਆ ਵੀ ਇੱਕ ਕਲੋਨੀ ਸੀ ਪੁਰਤਗਾਲ ਦੀ। ਅਤੇ ਇਸੇ ਤਰ੍ਹਾਂ ਹੀ ਇਹਨਾਂ ਨੇ ਜਿਹੜੀ ਫੋਰਟੀਫਿਕੇਸ਼ਨ ਕਰਨ ਵਾਸਤੇ ਅਫਰੀਕਾ ਤੋਂ ਲੈ ਕੇ ਚਾਈਨਾ ਤੱਕ ਇਹਨਾਂ ਸਾਰਿਆਂ ਦੀ ਕਲੋਨੀਆਂ ਸੀਗੀਆਂ। ਅਤੇ ਕਲੋਨੀਆਂ ਦੇ ਉੱਪਰ ਹੁੰਦੇ ਸੀਗੇ ਕੈਪਟਨ ਦਾ ਕੰਮ ਹੁੰਦਾ ਸੀ। ਜਿਹੜੇ ਕਿਲੇ ਪਹਿਲੇ ਤੁਸੀਂ ਕੀ ਕਰੋ, ਜਾ ਕੇ ਉੱਥੇ ਫੈਕਟਰੀ ਲਗਾ ਲਓ, ਫਿਰ ਉਹਦੀ ਫੋਰਟੀਫਿਕੇਸ਼ਨ ਕਰੋ। ਫੋਰਟੀਫਿਕੇਸ਼ਨ ਕਰਨ ਵਾਸਤੇ ਜਿਹੜੇ ਜ਼ਿੰਮੇਵਾਰ ਸੀਗੇ ਉਹ ਹੁੰਦੇ ਸੀ ਕੈਪਟਨ, ਕਿਉਂਕਿ ਐਜ਼ ਏ ਕੈਪਟਨ ਹੀ ਆਇਆ ਸੀਗਾ ਵਾਸਕੋ ਡੀ ਗਾਮਾ ਇੰਡੀਆ ਦੇ ਵਿੱਚ। ਉਹਨੇ ਕੈਲੀਕਟ ਨਾਮਕ ਇੱਕ ਫੈਕਟਰੀ ਬਣਾਈ। ਉਸ ਤੋਂ ਬਾਅਦ ਫਿਰ ਗਵਰਨਰ ਭੇਜਿਆ ਗਿਆ, ਠੀਕ ਹੈ ਜੀ। ਅਤੇ ਇਹ ਕੰਮ ਹੁੰਦਾ ਸੀ। ਪਰ ਹੁਣ ਕੈਪਟਨ ਹੈ, ਉਹਦਾ ਸਾਥ ਦੇਣ ਵਾਸਤੇ ਵੀ ਉਹਦੇ ਥੱਲੇ ਹੁੰਦੇ ਸੀ ਫੈਕਟਰਸ, ਠੀਕ ਹੈ ਜੀ, ਉਹਨਾਂ ਦਾ ਸਾਥ ਦਿੰਦੇ ਸੀ ਫੈਕਟਰ। ਅਤੇ ਇਹ ਕਈ ਵਾਰੀ ਕੀ ਹੁੰਦਾ ਸੀਗਾ, ਇਹਨਾਂ ਦਾ ਕੰਮ ਹੁੰਦਾ ਸੀ ਪਾਵਰ ਨੂੰ ਇਨਕਰੀਜ਼ ਕਰਨਾ। ਜੇ ਨਾ ਹੋਵੇ ਤਾਂ ਇਹ ਕੀ ਕਰਦੇ ਸੀ, ਇਹੀ ਜਿਹੜੇ ਫੈਕਟਰ ਸੀਗੇ ਉਹ ਬਾਅਦ ਦੇ ਵਿੱਚ ਕੀ ਕਰ ਗਏ, ਬਾਅਦ ਦੇ ਵਿੱਚ ਇਹਨਾਂ ਨੇ ਪਰਸਨਲ ਯੂਜ਼ ਵਾਸਤੇ ਜਿਹੜਾ ਵੀ ਧਨ ਦੌਲਤ ਇਹਨਾਂ ਨੂੰ ਮਿਲਦੀ ਸੀ, ਉਹਨਾਂ ਨੇ ਪਰਸਨਲ ਯੂਜ਼ ਵਾਸਤੇ, ਜਿਵੇਂ ਵਾਸਕੋ ਡੀ ਗਾਮਾ ਕੀ ਕਰਦਾ ਹੁੰਦਾ ਸੀ, ਤੁਸੀਂ ਦੇਖੋਗੇ 60 ਗੁਣਾ ਇਹਨਾਂ ਨੇ ਆਪਣਾ ਪ੍ਰੋਫਿਟ ਕਮਾਇਆ ਸੀਗਾ ਐਜ਼ ਏ ਕੈਪਟਨ ਬਣ ਕੇ, ਜਦੋਂ ਇੰਡੀਆ 'ਚ ਸਮਾਨ ਆਪਣੇ ਯੂਰਪ ਦੇ ਵਿੱਚ ਜਾ ਕੇ ਇਹਨੇ ਵੇਚਿਆ ਸੀਗਾ, ਠੀਕ ਹੈ ਜੀ। ਉੱਥੇ ਇਹਨਾਂ ਨੇ ਇੰਨਾ ਪੈਸਾ ਕਮਾਇਆ ਸੀਗਾ। ਤਾਂ ਇਹ ਕਈ ਵਾਰੀ ਪਰਸਨਲ ਯੂਜ਼ ਵਾਸਤੇ ਵੀ ਆਪਣੀ ਜਿਹੜਾ ਖਜ਼ਾਨਾ ਹੁੰਦਾ ਸੀ ਯੂਜ਼ ਕਰ ਲੈਂਦੇ ਸੀਗੇ, ਤਾਂ ਕਿ ਇਹ ਕਈ ਵਾਰੀ ਹਿਸਾਬ ਨਹੀਂ ਦਿੰਦੇ ਸੀਗੇ, ਠੀਕ ਹੈ ਜੀ। ਇਹ ਇਹਨਾਂ ਦਾ ਇੱਕ ਐਡਮਿਨਿਸਟ੍ਰੇਸ਼ਨ ਸੀਗਾ, ਇਸ ਤਰ੍ਹਾਂ ਦਾ ਚੱਲਦਾ ਸੀਗਾ ਸਿਸਟਮ। ਅਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਰਿਲੀਜੀਅਸ ਪਾਲਿਸੀ ਪੁਰਤਗਾਲ ਦੀ ਕਿੱਦਾਂ ਦੀ ਸੀਗੀ। ਤੁਸੀਂ ਵੇਖੋਗੇ ਇੱਕ ਪ੍ਰਜਾਤੀ ਹੁੰਦੀ ਹੈ ਜੀ ਮੂਰਸ। ਇਹ ਮੂਰਸ ਅਤੇ ਇੱਕ ਜਿਹੜੇ ਮੂਰ ਸੀਗੇ ਇਹ ਐਨਮੀ ਸੀਗੇ ਪੁਰਤਗਾਲ ਦੇ, ਕਿਉਂਕਿ ਮੂਰ ਇੱਕ ਤਰ੍ਹਾਂ ਦੀ ਇੱਕ ਕਮਿਊਨਿਟੀ ਹੈ ਜਿਹੜੀ ਇੱਕ ਮੁਸਲਿਮ ਟਾਈਪ ਦੀ ਹੈ, ਠੀਕ ਹੈ ਜੀ। ਅਤੇ ਇਹ ਆਉਂਦੇ ਸੀ ਅਰਬ ਤੋਂ ਅਤੇ ਅਰਬ ਦੇ ਲੋਕ ਵੀ ਇਹਨਾਂ ਦੇ ਖਿਲਾਫ ਸੀਗੇ ਪੁਰਤਗੀਜ਼ ਦੇ ਖਿਲਾਫ, ਕਿਉਂਕਿ ਹੁਣ ਅਰਬ ਦੇ ਲੋਕਾਂ ਨੂੰ ਇਹਨਾਂ ਨੂੰ ਭਜਾਇਆ ਸੀ ਇੰਡੀਆ ਦੇ ਵਿੱਚੋਂ। ਅਤੇ ਮੂਰ ਕਮਿਊਨਿਟੀ ਸੀਗੀ ਜਿਹੜੀ ਈਸਟਰਨ ਦੇ ਵਿੱਚ ਕੀ ਕਰ ਰਹੀ ਹੈ, ਮੁਸਲਿਮ ਨੂੰ ਕਲਚਰ ਨੂੰ ਬੜਾਵਾ ਦੇ ਰਹੀ ਹੈ। ਅਤੇ ਇਹ ਹੁਣ ਇਹਦੇ ਲਈ ਤਾਂ ਪੋਲੀਟਿਕਸ ਕੀ ਹੋ ਗਏ, ਇਹਨਾਂ ਦੇ ਵਾਸਤੇ ਐਨਮੀ ਬਣ ਗਏ ਨਾਰਥ ਅਫਰੀਕਾ ਦੇ ਵਿੱਚ, ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ, ਪੁਰਤਗੀਜ਼ ਨੇ ਇਹਨਾਂ ਦੇ ਲੋਕਾਂ ਨੂੰ ਦਬਾਉਣ ਵਾਸਤੇ ਆਪਣੀ ਕ੍ਰਿਸਚੈਨਿਟੀ ਨੂੰ ਪ੍ਰਮੋਟ ਕਰਨਾ ਸਟਾਰਟ ਕੀਤਾ। ਬੜੇ ਪ੍ਰਸਿਕਿਊਟ ਕੀਤਾ ਮੁਸਲਿਮ ਲੋਕਾਂ ਨੂੰ, ਇਹਨਾਂ ਨੂੰ ਧੱਕੇ ਨਾਲ ਕ੍ਰਿਸਚਨ ਦੇ ਵਿੱਚ ਮਨਾਇਆ ਗਿਆ। ਇਸ ਤਰ੍ਹਾਂ ਜਿਹੜੇ ਲੋਕ ਇਹਨਾਂ ਦੇ ਅੰਡਰ, ਇਹਨਾਂ ਦੇ ਏਰੀਏ ਦੇ ਵਿੱਚ ਰਹਿੰਦੇ ਸੀਗੇ। ਉਸ ਤੋਂ ਬਾਅਦ ਇਨਟੋਲਰੈਂਟ, ਕਿਉਂਕਿ ਜ਼ਿਆਦਾਤਰ ਇਹ ਲੋਕ ਕਿਹਦੇ ਖਿਲਾਫ ਸੀਗੇ, ਜਿਹੜੇ ਪੁਰਤਗੀਜ਼ ਇਹ ਸੀਗੇ ਜੀ ਮੁਸਲਿਮ ਲੋਕਾਂ ਦੇ ਖਿਲਾਫ ਇਨਟੋਲਰੈਂਟ ਸੀਗੇ। ਅਤੇ ਟੋਲਰੈਂਟ ਸੀਗੇ ਪਰਸਨਲੀ ਇਨੀਸ਼ੀਅਲੀ ਜਦੋਂ ਤੱਕ ਗੋਆ ਇਹਨਾਂ ਨੇ ਨਹੀਂ ਜਿੱਤਿਆ ਸੀ, ਜਦੋਂ ਤੱਕ ਕਬਜ਼ਾ ਨਹੀਂ ਕੀਤਾ ਸੀਗਾ, ਉਸ ਤੋਂ ਪਹਿਲਾਂ ਹਿੰਦੂਆਂ ਦੇ ਨਾਲ ਇਹ ਬਹੁਤ ਵਧੀਆ ਰਿਲੇਸ਼ਨ ਰੱਖਦੇ ਸੀਗੇ। ਬਟ ਜਿਵੇਂ ਹੀ ਇਹਨਾਂ ਨੇ ਗੋਆ ਕੈਪਚਰ ਕਰ ਲਿਆ ਅਤੇ ਉਸ ਤੋਂ ਬਾਅਦ ਇਹਨਾਂ ਨੇ ਹਿੰਦੂਆਂ ਨੂੰ ਵੀ ਪ੍ਰਸਿਕਿਊਟ ਕਰਨਾ ਸਟਾਰਟ ਕਰਤਾ, ਰਿਲੀਜੀਅਸ ਲੋਕਾਂ ਨੂੰ ਮਨਾਉਣਾ ਸਟਾਰਟ ਕਰਤਾ, ਕ੍ਰਿਸਚੈਨਿਟੀ ਨੂੰ ਵਧਾਉਣਾ ਸਟਾਰਟ ਕੀਤਾ। ਇਨ ਦੀ ਸਪਾਈਟ ਆਫ, ਇਹਨਾਂ ਦੀ ਇੰਨੀ ਕੁਛ ਹੋਣ ਦੇ ਬਾਵਜੂਦ, ਹਿੰਦੂਆਂ ਅਤੇ ਮੁਸਲਮਾਨਾਂ ਦੇ ਉੱਪਰ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਫਿਰ ਵੀ ਇਹਨਾਂ ਦਾ ਇੱਕ ਗੁੱਡ ਇੰਪਰੈਸ਼ਨ ਸੀਗਾ ਕੋਰਟ ਆਫ ਅਕਬਰ ਦੇ ਰਾਜ ਦੇ ਵਿੱਚ। ਤੁਸੀਂ ਦੇਖੋ ਜੀ ਇੱਥੇ ਮਾਡਰਨ ਚੱਲ ਰਿਹਾ, ਹੁਣ ਮਾਡਰਨ ਆਪਣਾ ਚੱਲ ਰਿਹਾ ਨਾ, ਆਪਾਂ ਮਾਡਰਨ ਪੜ੍ਹ ਰਹੇ ਹਾਂ, ਪਰ ਇੱਥੇ ਅਕਬਰ ਵੀ ਆ ਗਿਆ। ਹੁਣ ਤੁਸੀਂ ਦੇਖੋ ਮੈਡੀਵਲ ਨਾਲ ਹੀ ਚੱਲ ਰਹੀ ਹੈ, ਮੈਡੀਵਲ ਖਤਮ ਨਹੀਂ ਹੋ ਗਈ। ਤਾਂ ਇਸੇ ਗੱਲ ਇਹਦਾ ਮੈਡੀਵਲ ਨੂੰ ਵੀ ਥੋੜ੍ਹਾ ਨਾਲ ਪੜ੍ਹੀ ਚੱਲੋ, ਠੀਕ ਹੈ ਜੀ। ਅਤੇ ਇਹ ਤੁਸੀਂ ਯਾਦ ਰੱਖਣਾ। ਹੁਣ ਅਕਬਰ ਦੇ ਜਿਹੜੇ ਕੋਰਟ ਦੇ ਵਿੱਚ ਜਦੋਂ ਇਹ ਜਾਂਦੇ ਹੈ, ਉੱਥੇ ਇਹਨਾਂ ਦਾ ਬਹੁਤ ਵਧੀਆ ਇੰਪਰੈਸ਼ਨ ਹੁੰਦਾ ਹੈ ਫਸਟ ਟਾਈਮ 'ਤੇ, ਡਿਊ
ਡਿਊ ਟੂ ਦੀ ਮੁਗਲ ਐਂਪਰਰ ਟੂ ਇੰਟਰਸਟ ਦੀ ਕੁਐਸਚਨ ਆਫ ਦਾ ਥਿਓਲੋਜੀ। ਥਿਓਲੋਜੀ ਕੀ ਹੁੰਦੀ ਹੈ ਜੀ? ਥਿਓਲੋਜੀ ਨੂੰ ਸਮਝਾਓ। ਇੱਕ ਗੋਡ ਹੈ ਜਿਹਨੇ ਸਾਰੀ ਦੁਨੀਆ ਨੂੰ ਰਚਿਆ, ਪਰ ਗੋਡ ਦੇ ਨਾਮ ਦੇ ਉੱਪਰ ਕੁਛ ਇਹਦੇ ਲੋਕ ਹੁੰਦੇ ਨੇ ਜਿਹੜੇ ਗੋਡ ਬਣ ਕੇ ਐਜ਼ ਏ ਦੇਵਤਾ ਬਣ ਕੇ ਇੱਕ ਸਿਸਟਮ ਨੂੰ ਚਲਾਉਂਦੇ ਆ, ਦੇਸ਼ ਨੂੰ ਚਲਾਉਂਦੇ ਆ, ਉਸ ਨੂੰ ਆਪਾਂ ਬੋਲਦੇ ਹਾਂ ਥਿਓਲੋਜੀ। ਤੇ ਥਿਓਲੋਜੀ ਦੇ ਕੁਐਸਚਨਾਂ ਨੂੰ ਸੋਲਵ ਕਰਨ ਵਾਸਤੇ, ਕਿਉਂਕਿ ਅਕਬਰ ਦਾ ਇੱਕ ਅਨਪੜ੍ਹ ਸੀਗਾ ਬਟ ਇਹਨੂੰ ਗਿਆਨ ਬਹੁਤ ਜ਼ਿਆਦਾ ਸੀਗਾ, ਇਹ ਕੀ ਕਰਦਾ ਸੀ, ਇਹ ਵੇਖਦਾ ਸੀ ਵੀ ਤੁਲਨਾ ਕਰਦਾ ਸੀ ਵੀ ਹਰ ਇੱਕ ਧਰਮ ਨੂੰ ਆਪਸ ਦੇ ਵਿੱਚ ਤੁਲਨਾ ਕਰਨਾ, ਤੇ ਇਹਨੇ ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਹੁੰਦੇ ਸੀ ਧਾਰਮਿਕ ਕੁਐਸਚਨਾਂ ਨੂੰ ਸੋਲਵ ਕਰਨ ਵਾਸਤੇ ਇਹ ਕੋਰਟ ਦੇ ਵਿੱਚ ਇਹਨਾਂ ਲੋਕਾਂ ਨੂੰ ਬੁਲਾਉਂਦਾ ਹੈ ਕਾਫੀ ਵਾਰੀ, ਤਾਂ ਕਿ ਇੱਕ ਮਾਹੌਲ ਬਣਿਆ ਰਹੇ। ਠੀਕ ਹੈ ਜੀ। ਤਾਂ ਉਸ ਤੋਂ ਬਾਅਦ 1579 ਈਸਵੀ ਦੇ ਵਿੱਚ ਅਕਬਰ ਫਾਰਵਰਡ ਟੂ ਦੀ ਲੈਟਰ, ਇਹਨੇ ਕੀ ਕੀਤਾ, ਅਕਬਰ ਨੇ ਇੱਕ ਲੈਟਰ ਸੈਂਡ ਕੀਤਾ ਅਥਾਰਟੀ, ਜਿਹੜੀ ਚਰਚ ਅਥਾਰਟੀ ਸੀਗੀ ਗੋਆ ਦੀ, ਉੱਥੇ ਇੱਕ ਰਿਕੁਐਸਟ ਕੀਤੀ ਕਿ ਸਾਨੂੰ ਇਹਨਾਂ ਸਿੱਖਣ ਵਾਸਤੇ, ਇਹਨਾਂ ਦੇ ਜਵਾਬ ਦੇਣ ਵਾਸਤੇ ਸਾਨੂੰ ਇੱਥੇ ਆਪਣੇ ਜਿਹੜੇ ਤੁਹਾਡੇ ਫਾਦਰਸ ਨੇ ਜੈਸਸ ਕਰੀਸ ਜੇ ਜੂਸ ਹੈਗੇ ਨੇ ਉਹ ਤੁਸੀਂ ਇੱਥੇ ਭੇਜੋ ਸਾਨੂੰ। ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਇਹਨਾਂ ਨੇ ਅਸੈਪਟ ਵੀ ਕਰ ਲਿਆ, ਗੋਆ ਦੇ ਜਿਹੜੇ ਲੋਕ ਸੀਗੇ, ਜਿਹੜੇ ਅਥਾਰਟੀ ਸੀਗੀ ਜਿਹੜੀ ਚਰਚ ਦੀ, ਇਹਨਾਂ ਨੇ ਅਸੈਪਟ ਕੀਤਾ। ਇਹਨਾਂ ਨੇ ਵੇਖਿਆ ਕਿ ਇਹ ਸਾਡੇ ਲਈ ਸਭ ਤੋਂ ਵਧੀਆ ਮੌਕਾ ਹੈ ਵੀ ਅਸੀਂ ਅਕਬਰ ਨੂੰ ਅਗਰ ਜੇ ਮਨਾਤਾ, ਕ੍ਰਿਸਚੈਨਿਟੀ 'ਚ ਬਦਲਤਾ, ਤੇ ਇਹਦੀ ਜਿਹੜੀ ਕਿਉਂਕਿ ਇਹਦਾ ਤਾਂ ਇੱਕ ਹੁਕਮ ਹੀ ਹੋਊਗਾ, ਫਿਰ ਸਾਰੇ ਲੋਕ ਕੀ ਹੋ ਜਾਣਗੇ, ਕ੍ਰਿਸਚਨ ਦੇ ਵਿੱਚ ਆ ਜਾਣਗੇ। ਤੇ ਉਸ ਤੋਂ ਬਾਅਦ ਦੇਖੋ ਹੁਣ ਕੀ ਹੁੰਦਾ, ਚਰਚ ਅਥਾਰਟੀ ਸੈਂਡ ਟੂ ਲਰਨਰ ਇਨਵੀਟੇਸ਼ਨ ਜਿਹੜਾ ਅਕਬਰ ਨੇ ਸੈਂਡ ਕੀਤਾ ਸੀ ਉਹਨੂੰ ਅਸੈਪਟ ਕੀਤਾ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਡਿਸਾਈਡ ਕੀਤਾ ਵੀ ਹੁਣ ਅਕਬਰ ਦੇ ਦਰਬਾਰ ਦੇ ਵਿੱਚ ਉਹਨਾਂ ਨੂੰ ਸਿਖਾਉਣ ਵਾਸਤੇ, ਇੰਨੇ ਵੱਡੇ ਬਾਦਸ਼ਾਹ ਨੂੰ ਸਿਖਾਉਣ ਵਾਸਤੇ ਜਾਏਗਾ ਕੌਣ। ਠੀਕ ਹੈ ਜੀ। ਹਾਂਜੀ ਸਟੂਡੈਂਟ, ਆਪਾਂ ਗੱਲ ਕਰ ਰਹੇ ਸੀਗੇ ਜਿਊਸਟ ਫਾਦਰਸ, 2 ਫਾਦਰਸ ਇਹਨਾਂ ਨੇ ਸੈਂਡ ਕੀਤੇ, ਰੁਡੋਲਫ ਐਕੁਆਵਾਈਵਾ, ਐਂਟੀਨੀਓ ਮੌਨਸਟ੍ਰੇਟ। ਠੀਕ ਹੈ ਜੀ। ਇਹ 2 ਪਰਸਨਾਂ ਨੂੰ ਸਿਲੈਕਟ ਕੀਤਾ ਗਿਆ ਤਾਂ ਕਿ ਇਹ ਜਾਣਗੇ ਅਕਬਰ ਦੇ ਦਰਬਾਰ ਦੇ ਵਿੱਚ ਅਕਬਰ ਨੂੰ ਕ੍ਰਿਸਚੈਨਿਟੀ ਦੇ ਵਿੱਚ ਬਦਲਣਾ ਹੈ, ਇਹ ਮੌਕਾ ਸੀਗਾ ਇਹਨਾਂ ਵਾਸਤੇ। ਜਦੋਂ ਇਹ ਪਰਸਨ ਉੱਥੇ ਪਹੁੰਚਦੇ ਆ, ਫਤਿਹਪੁਰ ਸਿਕਰੀ ਤੁਹਾਨੂੰ ਪਤਾ ਸੀਗਾ, ਇਹ ਅਕਬਰ ਦੇ ਦਰਬਾਰ, ਅਕਬਰ ਦੇ ਟਾਈਮ 'ਤੇ ਇਹਨੂੰ ਵਸਾਇਆ ਗਿਆ ਸੀਗਾ, ਤੇ ਇਹ ਇੱਥੇ ਦਰਬਾਰ ਲੱਗਿਆ ਸੀਗਾ। ਇੱਥੇ ਪਹੁੰਚਦੇ ਆ 1580 ਈਸਾ ਦੇ ਵਿੱਚ ਇਹ ਪਹੁੰਚਦੇ ਆ। ਉੱਥੇ ਜਾ ਕੇ ਫਿਰ ਇਹ 3 ਸਾਲ ਉੱਥੇ ਰਹਿੰਦੇ ਆ, ਵਾਦ ਵਿਵਾਦ ਚੱਲਦਾ ਹੈ। ਜਿਹੜੀ ਇਹਨਾਂ ਦੀ ਹੋਪ ਸੀਗੀ, ਥੋੜ੍ਹਾ ਜਿਹਾ ਅਕਬਰ ਦੇ ਉੱਪਰ ਇਹਨਾਂ ਨੇ ਇੰਪਰੈਸ਼ਨ ਜਮਾਇਆ, ਵਧੀਆ ਜਮਾਇਆ, ਬਟ ਜੋ ਇਹ ਚੀਜ਼ ਚਾਹੁੰਦੇ ਸੀ, ਉਹ ਜਿਹੜੀ ਕਨਵਰਜੇਸ਼ਨ ਸੀਗੀ ਇੱਕ ਫੇਥ ਵਾਲੀ, ਉਹ ਜ਼ਰੂਰ ਹੋਈ, ਬਟ ਜਿਹੜਾ ਇਹ ਚਾਹੁੰਦੇ ਸੀ ਵੀ ਕ੍ਰਿਸਚੈਨਿਟੀ ਦੇ ਵਿੱਚ ਚੇਂਜ ਹੋਵੇ, ਉਹ ਹੋਪ ਹੀ ਰਹਿ ਗਈ ਇਹਨਾਂ ਦੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਇਹ ਵਾਪਸ ਆ ਗਏ 3 ਸਾਲ ਬਾਅਦ। ਉਸ ਤੋਂ ਬਾਅਦ ਇਸੇ ਤਰੀਕੇ ਨਾਲ ਫਿਰ ਸੈਕਿੰਡ ਮਿਸ਼ਨ ਸੀਗਾ, ਕਿਉਂਕਿ ਅਕਬਰ ਤੁਹਾਨੂੰ ਪਤਾ ਹੈ 1541 ਦੇ ਵਿੱਚ ਇਹਦਾ ਜਨਮ ਹੋਇਆ ਸੀਗਾ, ਲਾਹੌਰ ਦੇ ਨਜ਼ਦੀਕ ਇੱਕ ਸ਼ਹਿਰ ਸੀਗਾ ਉੱਥੇ। ਠੀਕ ਹੈ ਜੀ। ਹੁਣ ਇਹ ਲਾਸਟ ਟਾਈਮ ਦੇ, ਕਿਉਂਕਿ ਇਹਦੀ 50-60 ਸਾਲ ਏਜ ਹੋ ਚੁੱਕੀ ਹੈ। ਉਸ ਤੋਂ ਬਾਅਦ ਦੇਖੋ 90 ਦੇ ਵਿੱਚ ਸੈਕਿੰਡ ਮਿਸ਼ਨ ਆਉਂਦਾ ਇਹਨਾਂ ਦੇ ਵੱਲੋਂ ਸੇਮ, ਇਹ ਫਿਰ 2-3 ਸਾਲ ਇੱਦਾਂ ਚੱਲਦਾ ਰਹਿੰਦਾ ਹੈ ਸੇਮ, ਪਰ ਉਹ ਜਿਹੜਾ ਹੋਪ ਹੁੰਦਾ ਹੈ ਵੀ ਬਦਲਣ ਵਾਲਾ, ਉਹ ਸਿਸਟਮ ਨਹੀਂ ਹੋ ਰਿਹਾ। ਥਰਡ ਮਿਸ਼ਨ ਫਿਰ ਸੈਂਡ ਕੀਤਾ ਜਾਂਦਾ ਅਕਬਰ ਦੀ ਇਨਵੀਟੇਸ਼ਨ ਦੇ ਉੱਪਰ। ਫਿਰ ਇਹ 1595 ਈਸਵੀ ਦੇ ਵਿੱਚ ਲਾਹੌਰ ਦੇ ਵਿੱਚ ਦਰਬਾਰ ਲੱਗਿਆ ਹੁੰਦਾ ਹੈ, ਉੱਥੇ ਇਹ ਆਉਂਦੇ ਨੇ। ਉੱਥੇ ਪਰਮਾਨੈਂਟ ਇੰਸਟੀਟਿਊਸ਼ਨ ਐਕਸਟੈਂਡਿੰਗ ਇਨਫਲੂਐਂਸ ਟੂ ਸੈਕੂਲਰ ਪੋਲਿਟਿਕਸ, ਜਿਹੜਾ ਸੈਕੂਲਰਿਜ਼ਮ ਹੈ, ਧਰਮ ਨਿਰਪੇਖ ਨੂੰ, ਜਿਹੜੀ ਧਰਮ ਦੀ ਪੋਲਿਟਿਕਸ ਹੈ, ਇਸ ਨੂੰ ਫੈਲਾਉਣ ਵਾਸਤੇ, ਧਰਮ ਪ੍ਰਚਾਰ ਵਾਸਤੇ ਇਹਨਾਂ ਨੇ ਕੀ ਕੀਤਾ ਜੀ, ਲਾਹੌਰ ਦੇ ਵਿੱਚ ਇੱਕ ਪਰਮਾਨੈਂਟ ਇੱਕ ਚਰਚ ਹੁੰਦੀ ਹੈ, ਉਹ ਦਿੱਤੀ ਜਾਂਦੀ ਹੈ ਇਹਨਾਂ ਨੂੰ, ਤਾਂ ਕਿ ਇੱਥੇ ਬਹਿ ਕੇ ਇਹ ਪ੍ਰੋਪਰਲੀ ਤਰੀਕੇ ਨਾਲ, ਕਿਉਂਕਿ ਅਕਬਰ ਦਾ ਥੋੜ੍ਹਾ ਜਿਹਾ ਫੇਥ ਹੋ ਗਿਆ ਸੀਗਾ, ਉਸ ਦੇ ਕਾਰਨ ਅਕਬਰ ਨੇ ਖੁਸ਼ ਹੋ ਕੇ ਇਹਨਾਂ ਨੂੰ ਇਹ ਚੀਜ਼ ਦੇਤੀ। ਅਤੇ ਫਾਦਰ ਆਫ ਜਰੋਮ ਐਗਜ਼ੀਵੀਅਰ ਅਤੇ ਇਮੈਨੂਅਲ ਪਹਿਰੋ, ਇਹ ਕੀ ਸੀਗੇ, 2 ਕੋਰਟ ਪੋਇਟ ਸੀਗੇ, ਲੀਡਰ ਸੀਗੇ ਉਸ ਟਾਈਮ ਦੇ ਉੱਪਰ ਥਰਡ ਮਿਸ਼ਨ ਦੇ ਵਿੱਚ, ਜਿਨ੍ਹਾਂ ਨੇ ਕੀ ਕੀਤਾ ਸੀਗਾ ਜੀ, ਕੋਰਟ ਦੇ ਵਿੱਚ ਵਾਈਡਲੀ ਆਪਣੀ ਇਨਫੋਰਮੇਸ਼ਨ ਹੈ, ਆਪਣੇ ਧਰਮ ਨੂੰ ਜਿਹੜਾ ਪ੍ਰਚਾਰ ਸੀਗਾ ਅਕਬਰ ਦੇ ਲੇਟਰ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਫੈਲਾਇਆ। ਉਸ ਤੋਂ ਬਾਅਦ ਲੋਕ ਬੜੇ ਇਨਫਲੂਐਂਸ ਹੋਏ ਇਹਨਾਂ ਤੋਂ। ਉਸ ਤੋਂ ਬਾਅਦ ਦੇਖੋ ਪ੍ਰਿੰਸ ਸਲੀਮ, ਜਦੋਂ ਅਕਬਰ, ਤੁਹਾਨੂੰ ਪਤਾ ਹੈ ਜੀ, ਅਕਬਰ ਤੋਂ ਬਾਅਦ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡਾ ਮੁਗਲ ਦੇ ਬਾਰੇ ਦੱਸ ਦੇਵਾਂ। ਮੁਗਲ ਦੇ ਵਿੱਚ ਸਭ ਤੋਂ ਪਹਿਲਾਂ ਬਾਬਰ ਆਇਆ, ਬਾਬਰ ਤੋਂ ਬਾਅਦ ਉਹਦਾ ਬੇਟਾ ਆਇਆ ਹੁਮਾਯੂੰ, ਹੁਮਾਯੂੰ ਤੋਂ ਬਾਅਦ ਆ ਗਿਆ ਅਕਬਰ, ਅਕਬਰ ਦਾ ਬੇਟਾ ਆਇਆ ਜੀ ਆਪਣੇ ਸਲੀਮ, ਆਪਣੇ ਸੱਲੂ ਬਾਬਾ। ਅਤੇ ਉਹਨਾਂ ਦੀ ਜਦੋਂ ਇਹ ਗੱਦੀ 'ਤੇ ਬਹਿੰਦੇ ਐਜ਼ ਏ ਜਹਾਂਗੀਰ ਦਰਬਾਰ ਦੇ ਵਿੱਚ ਬਣ ਕੇ, ਰਾਜਾ ਬਣ ਕੇ, ਤਾਂ ਇਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ, ਇਹਨਾਂ ਜੈਸਸ ਫਾਦਰ ਜਿਹੜੇ ਜਿਊਸਟ ਫਾਦਰ ਸੀਗੇ, ਇਹਨਾਂ ਨੂੰ ਸਲੀਮ ਨੇ ਨੈਗਲੈਕਟ ਕੀਤਾ ਪਹਿਲੇ ਟਾਈਮ ਦੇ ਉੱਪਰ, ਕਿਉਂਕਿ ਇਹ ਖੁਦ ਮੁਸਲਮਾਨ ਸੀਗੇ, ਅਤੇ ਇਹਨਾਂ ਨੇ ਆਪਣੇ ਜਿਹੜੇ ਸੀਗੇ ਨੈਗਲੈਕਟ ਕਰਨਾ ਸਟਾਰਟ ਕਰਤਾ। ਗ੍ਰੈਜੂਅਲੀ ਹੈਵ ਟੂ ਟੈਂਪਰੇਰੀ ਇਨਸਟ੍ਰੇਂਜਮੈਂਟ ਫਰੋਮ ਦਾ ਜਸਟ ਐਂਡਿਡ ਐਂਡ ਦੀ 1600 ਰਿਨਿਊਡ ਦੀ ਫੇਵਰ ਆਫ ਦੈਮ। ਇਹਨੇ ਫਿਰ ਕੀ ਕੀਤਾ ਜੀ, ਪਹਿਲਾਂ ਤਾਂ ਇੱਕ ਵਾਰੀ ਨੈਗਲੈਕਟ ਕੀਤਾ, ਉਸ ਤੋਂ ਬਾਅਦ ਜਿਹੜਾ ਟੈਂਪਰੇਰੀ ਜਿਹੜਾ ਇੰਗੇਜਮੈਂਟ ਹੁੰਦਾ ਵੀ ਸੀਗਾ ਉਹ ਵੀ ਖ਼ਤਮ ਕਰਤਾ। ਉਸ ਤੋਂ ਬਾਅਦ ਜਿਹੜੀ ਪਾਲਿਸੀਆਂ ਸੀਗੀਆਂ ਰਿਨਿਊ ਕਰਤੀਆਂ ਇਹਨਾਂ ਵਾਸਤੇ। ਠੀਕ ਹੈ ਜੀ।
ਉਸ ਤੋਂ ਬਾਅਦ ਐਲੀਗੈਂਟ ਐਂਡ ਸਪੇਸ਼ੀਅਸ ਚਰਚ ਆਫ ਲਾਹੌਰ, ਇਹ ਅਲਾਓ ਕਰ ਦਿੱਤੀ ਗਈ ਇੱਕ ਤਾਂ ਕਿ ਇਹ ਫਿਰ ਵੀ ਪ੍ਰਚਾਰ ਕਰਦੇ ਰਹਿਣ, ਇਹਨਾਂ ਨੂੰ ਰੋਕਿਆ ਨਾ ਜਾਵੇ, ਬਟ ਇਹ ਪ੍ਰਚਾਰ ਕਰਦੇ ਰਹਿਣ। ਉਸ ਤੋਂ ਬਾਅਦ 1608 ਦੇ ਵਿੱਚ 20 ਬੈਪਟਿਜ਼ਮ ਵਰ ਕੈਰੀਡ ਆਊਟ ਇਨ ਦੀ ਆਗਰਾ। ਇਹਨਾਂ ਦੇ 20 ਐਸੇ ਆਫੀਸਰ ਬੁਲਾਏ ਗਏ, ਜਿਹੜੇ ਫਾਦਰਸ ਬੁਲਾਏ ਗਏ ਹੋਰਾਂ ਜਿਹੜੇ ਪੁਰਤਗੀਜ਼ ਦੇ, ਤਾਂ ਕਿ ਆਗਰਾ ਦੇ ਵਿੱਚ ਇਹ ਪਬਲਿਕਲੀ ਤੇ ਲੋਕਾਂ ਦੀ ਜਿਵੇਂ ਇਹ ਲੋਕ ਪੁਰਤਗਾਲ ਦੇ ਵਿੱਚ ਪ੍ਰਚਾਰ ਕਰਦੇ ਸੀ ਆਪਣੇ ਧਰਮ ਦਾ, ਇਸੇ ਤਰ੍ਹਾਂ ਹੀ ਲਿਬਰਟੀ ਦਿੱਤੀ ਗਈ ਇਹਨਾਂ ਨੂੰ ਆਗਰਾ ਦੇ ਵਿੱਚ, ਤਾਂ ਕਿ ਇਹ ਪੂਰੇ ਪ੍ਰੋਪਰ ਤਰੀਕੇ ਦੇ ਨਾਲ ਖੁੱਲ੍ਹ ਕੇ ਪ੍ਰਚਾਰ ਕਰ ਸਕਦੇ ਹੈ। ਬਟ ਜਹਾਂਗੀਰ ਕੰਡਕਟ ਐਜ਼ ਏ ਜੂਇਸਟ ਪ੍ਰੀਸਟ ਬਿਕਮ ਹੋਪਫੁਲ ਬ੍ਰਿੰਗਿੰਗ ਵਿਦ ਇਨ ਕ੍ਰਿਸਚਨ ਫੋਲਡ। ਪਰ ਇਹ ਇੰਨਾ ਪ੍ਰਚਾਰ ਕਰਨ ਦੇ ਬਾਵਜੂਦ ਵੀ ਜਹਾਂਗੀਰ ਨੂੰ ਇਹ ਕ੍ਰਿਸਚੈਨਿਟੀ ਦੇ ਵਿੱਚ ਤਬਦੀਲ ਨਹੀਂ ਕਰ ਪਾਏ। ਠੀਕ ਹੈ ਜੀ। ਉਸ ਤੋਂ ਬਾਅਦ ਹਾਊ ਬਿਕਮ ਦਿਸ ਹੋਪ ਵਰ ਬੀਲਾਈਡ ਮੋਰ ਓਵਰ ਐਗਰੋਗੈਂਟ ਐਕਸ਼ਨਸ ਆਫ ਦਾ ਪਾਰਟ ਆਫ ਦਾ ਪੁਰਤਗੀਜ਼ ਵਾਇਸਰੋਏ ਕ੍ਰੀਏਟਡ ਵਿਦ ਦੀ ਰਿਫਟ ਆਫ ਦਾ ਮੁਗਲ ਐਂਪਰਰਸ। ਹੁਣ ਦੇਖੋ ਜਦੋਂ ਇਹ ਚੀਜ਼ਾਂ ਹੁਣ ਜਹਾਂਗੀਰ ਦੇ ਦਰਬਾਰ ਦੇ ਵਿੱਚ ਨਾ ਬ੍ਰਿਟਿਸ਼ ਆਉਣਾ ਸਟਾਰਟ ਹੋ ਜਾਂਦਾ, ਕਿਉਂਕਿ ਦੇਖੋ ਜੀ 1600 ਲਗਭਗ ਇੰਡੀਆ ਦੇ ਵਿੱਚ ਆਏ ਸੀਗੇ ਬ੍ਰਿਟਿਸ਼, ਪਹਿਲੇ ਆਉਣਾ ਸਟਾਰਟ ਹੁੰਦੇ ਆ। ਹੁਣ ਜਦੋਂ ਬ੍ਰਿਟਿਸ਼ ਇੰਡੀਆ ਦੇ ਵਿੱਚ ਆਉਂਦੇ ਆ, ਫਿਰ ਤੁਹਾਨੂੰ ਪਤਾ ਜੀ ਹੁਣ ਦੂਸਰੀ ਕੰਪਨੀ ਇੰਡੀਆ ਦੇ ਵਿੱਚ ਆਏਗੀ ਯੂਰਪ ਤੋਂ, ਅਤੇ ਯੂਰਪ ਤੋਂ ਜਿਹੜਾ ਉਹਨਾਂ ਨੇ ਆਪਣੀ ਫੈਕਟਰੀ ਲਗਾਉਣੀ ਹੈ, ਅਤੇ ਪੁਰਤਗੀਜ਼ ਨੂੰ ਤਾਂ ਥੋੜ੍ਹਾ ਜਿਹਾ ਜਲਨ ਹੋਏਗੀ। ਹੁਣ ਪੁਰਤਗੀਜ਼ ਸਭ ਤੋਂ ਨਜ਼ਦੀਕ ਨੇ ਮੁਗਲ ਰਾਜਿਆਂ ਦੇ ਸਭ ਤੋਂ ਨਜ਼ਦੀਕ ਨੇ, ਪਰ ਕੈਪਟਨ ਹਾਕਿੰਸ ਵਰਗੇ ਪਰਸਨ, ਥਾਮਸ ਰੋ ਵਰਗੇ ਪਰਸਨ ਉੱਥੇ ਆਉਣਗੇ, ਜਹਾਂਗੀਰ ਤੋਂ ਲਿਖਵਾਉਣਗੇ ਫੈਕਟਰੀ ਦੇ ਵਾਸਤੇ ਸੱਦਾ ਲੈਣਗੇ। ਉਸ ਤੋਂ ਬਾਅਦ ਇਹ ਥੋੜ੍ਹੇ ਲੋਕ ਜਲਣਾ ਸਟਾਰਟ ਹੋਣਗੇ ਉਹਨਾਂ ਤੋਂ, ਅਤੇ ਫਿਰ ਜਹਾਂਗੀਰ ਜਿਹੜਾ ਹੋਏਗਾ ਉਹ ਥੋੜ੍ਹਾ ਜਿਹਾ ਟੂਵਰਡਸ ਕਿੱਧਰ ਚਲਾ ਜਾਏਗਾ, ਬ੍ਰਿਟਿਸ਼ ਦੇ ਕੋਲ, ਬ੍ਰਿਟਿਸ਼ ਵੱਲ ਥੋੜ੍ਹਾ ਉਧਰ ਵੱਲ ਉਹਦਾ ਧਿਆਨ ਹੋ ਜਾਂਦਾ ਹੈ, ਜਿਸ ਦੇ ਕਾਰਨ ਫਿਰ ਜਿਹੜਾ ਪੁਰਤਗੀਜ਼ ਦੇ ਵਾਇਸਰਾਏ ਅਤੇ ਮੁਗਲ ਐਂਪਰਰ ਦੇ ਵਿੱਚ ਕੀ ਹੁੰਦੀ ਹੈ, ਦਰਾਰ ਕਹਿੰਦੇ ਨਾ ਪੈ ਜਾਂਦੀ ਹੈ। ਉਸ ਦੇ ਕਾਰਨ ਇਹ ਆਪਸ ਦੇ ਵਿੱਚ ਕੀ ਹੈ, ਲੜਨਾ ਥੋੜ੍ਹਾ ਜਿਹਾ, ਇਹ ਜਿਹੜੀ ਦੂਰੀ ਹੈ ਇਹ ਫਿਰ ਅੱਗੇ ਕਨਫਲਿਕਟ ਦੇ ਵਿੱਚ ਬਦਲਦੀ ਨਜ਼ਰ ਆਊਗੀ। ਕਾਰਨ ਉਹਨੂੰ ਆਪਾਂ ਦੇਖਾਂਗੇ ਬ੍ਰਿਟਿਸ਼ ਦਾ ਪੁਰਤਗਾਲ ਦੇ ਨਾਲ ਲੜਾਈਆਂ। ਠੀਕ ਹੈ ਜੀ। ਹੁਣ ਇਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਇਹਨੂੰ ਆਪਾਂ ਦੇਖਾਂਗੇ, ਅਤੇ ਇਸ ਲੈਕਚਰ ਦੇ ਵਿੱਚ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਇਹ ਸਮਝ ਆਇਆ ਹੋਵੇਗਾ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ ਆਪਣੇ ਫਰੈਂਡਸ ਗਰੁੱਪ ਦੇ ਵਿੱਚ, ਤਾਂ ਕਿ ਇਸੇ ਤਰ੍ਹਾਂ ਇਹ ਸਟੋਰੀ ਟੈਲਿੰਗ ਦੇ ਵਿੱਚ ਤੁਹਾਨੂੰ ਮੈਂ ਪ੍ਰੋਪਰ ਲੈਕਚਰ ਅੱਗੇ ਦੇਈ ਚੱਲਾਂ। ਅਤੇ ਇਸੇ ਤਰ੍ਹਾਂ ਤੁਹਾਡੇ ਇੱਕ ਲਾਈਕ ਦੇ ਨਾਲ ਵਧੀਆ ਮੋਟੀਵੇਸ਼ਨ ਮਿਲਦੀ ਹੈ, ਤਾਂ ਕਿ ਅਸੀਂ ਹੋਰ ਵਧੀਆ ਕਰ ਸਕੀਏ, ਇਸ ਨੂੰ ਹੋਰ ਵਧੀਆ ਜਿਹੜੇ ਕੋਰਸ ਚਲਾ ਸਕੀਏ ਤੁਹਾਡੇ ਔਨਲਾਈਨ ਪਲੇਟਫਾਰਮ ਦੇ ਉੱਪਰ। ਅਤੇ ਥੈਂਕ ਯੂ ਫॉर ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆਇਆ ਹੋਵੇਗਾ। ਹੈਪੀ ਲਰਨਿੰਗ ਟੂ ਆਲ।